सतनाम श्री वाहिगुरु साहिब जीओ। सतनाम श्री वाहिगुरु साहिब जीओ। एक ओंकार सतनाम करता पुरख निरभउ निर्वैर। अकाल मूरत अजूनी सैभं गुर प्रसाद। जप आद सच जुगाद सच है भी सच नानक होसी भी सच। बाणी गुरु गुरु है बाणी विच बाणी अमृत सारे। गुरबाणी कह सेवक जन मानै पर तख गुरु निस्तारे। कहा बुध प्रभ तुच्छ हमारी बरन सकै महिमा जो तिहारी। हम न सकत कर सिफत तुम्हारी आप लिहो तुम कथा सुधारी। मैं नाही कछ हौ नहीं कछ आहे न मोरा। अवसर लज्जा राख लिहो सदना जन तोरा। धरन गगन नभ खंड मह जोत स्वरूपी रह्यो भार। भान मथुरा कछ भेद नहीं गुर अर्जन परतख हर। गुरु नानक ते आद लै दसवें गुर पर्यंत। बारंबार मम बंदना साहिब श्री गुरु ग्रंथ। सो कहो टल गुर सेविया अहनस सहज सुभाय। दर्शन परसै गुरु कै जन्म मरण दुख जाय। दर्शन परसै गुरु कै जन्म मरण दुख जाय। जुग जुग टल चबर छतर तखत दे मालक। गुरदा गद्दी उपर सुभाईमान 10 पातशाहियां दी आत्मक जोत। सर्व मनुखता दे सांझे रहबर सर्व मानवता दे मार्ग दर्शक। सरकारे कुल आलम हजूरे अनवर पातशाह। बाणी गुरु शब्द गुरु धन धन श्री गुरु ग्रंथ साहब महाराज जी दी पावन पवित्र हाजर हजूरी विच बाला प्रीतम धन धन साहिब श्री गुरु हरकृष्ण महाराज जी दे पावन स्थान गुरुद्वारा श्री बंगला साहिब विखे बड़े अदब सत्कार नाल जुड़ के बैठ के लाइव टैलीकास्ट राही आपो अपने घरां विच बैठ के सतगुरां दे पावन दरबार नाल जुड़ बैठी गुरु का खास रूप गुरु खालसा साध संगत जीओ। आओ सरबत माई भाई गुरसिख संगतां सर्व विचारां दी सांझ तो पहला सतगुरां दी बख्शिश कीती होई पावन पवित्र गुर फतेह दी सांझ करिए। कोई भी रसना वांझी ना रहे बड़े अदब नाल सतगुरां नूं सीस झुका के सारे माई भाई मिल के गज के आखो जी वाहिगुरु जी का खालसा वाहिगुरु जी की फतेह। सतगुरां दी अपार बख्शिश रहमत होई है। सुभागा समा सानू सारियां नूं गुरु चरनां विच जुड़ बैठण दा प्राप्त होया है। सतगुरां दे पावन स्थान ते सतगुरां दी पावन गुरबाणी दी चल रही लड़ीवार कथा नूं आप रोजाना अमृत वेले सरवण करदे हो। सतगुर दी रहमत दे सदका अज दे पावन शब्द की व्याख्या जो सतगुर सच्चे पातशाह सानू बख्शिश कर रहे हैं
ਉਹ ਸਤਿਕਾਰਯੋਗ ਸਿੰਘ ਸਾਹਿਬ ਜੀ ਦੀ ਰਸਨਾ ਤੋਂ ਆਪ ਜੀ ਨੇ ਪਾਠ ਸਰਵਣ ਕੀਤਾ ਹੈ। ਗੁਰੂ ਪਿਆਰਿਓ, ਅਪਾਰ ਬਖਸ਼ਿਸ਼ ਰਹਿਮਤ ਹੈ ਵਾਹਿਗੁਰੂ ਅਕਾਲ ਪੁਰਖ ਦੀ ਕਿ ਮਨੁੱਖਾ ਜਨਮ ਪ੍ਰਾਪਤ ਹੋਇਆ ਔਰ ਮਨੁੱਖਾ ਜਨਮ ਦੇ ਅੰਦਰ ਸਤਿਗੁਰ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦੀ ਪ੍ਰਾਪਤੀ, ਸਤਿਗੁਰਾਂ ਦੇ ਦਰਸ਼ਨ ਦਿਦਾਰੇ, ਵਡਭਾਗੀ ਸੰਗਤਾਂ ਨੇ ਜੋ ਬਾਲਾ ਪ੍ਰੀਤਮ ਦੇ ਅਸਥਾਨ ਤੇ ਚੱਲ ਕੇ ਅੰਮ੍ਰਿਤ ਵੇਲੇ ਸੰਗਤਾਂ ਪੁੱਜਦੀਆਂ ਔਰ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ 10 ਪਾਤਸ਼ਾਹੀਆਂ ਦੀ ਆਤਮਿਕ ਜੋਤ ਦੇ ਦਰਸ਼ਨ ਦਿਦਾਰੇ ਪ੍ਰਾਪਤ ਕਰਦੀਆਂ। ਇਹ ਵੱਡੇ ਭਾਗਾਂ ਦੀ ਨਿਸ਼ਾਨੀ ਹੈ, ਕਰਮਾਂ ਦੀ ਨਿਸ਼ਾਨੀ ਹੈ। ਸਤਿਗੁਰਾਂ ਨੇ ਪਾਵਨ ਬਾਣੀ 'ਚ ਬਚਨ ਕੀਤੇ ਹਨ ਕਿ ਜੇ ਵੱਡੇ ਭਾਗ ਹੋਣ, ਚੰਗੇ ਭਾਗ ਹੋਣ ਤਾਂ ਫਿਰ ਇਹਨਾਂ ਅਵਸਥਾ ਦੀ ਪ੍ਰਾਪਤੀ ਹੁੰਦੀ ਹੈ। ਅੰਮ੍ਰਿਤ ਵੇਲੇ ਦਾ ਜਾਗਣਾ, ਇਸ਼ਨਾਨ ਪਾਣ, ਨਿਤਨੇਮ ਦੀਆਂ ਦਾਤਾਂ, ਵਾਹਿਗੁਰੂ ਸਿਮਰਨ ਦੀਆਂ ਦਾਤਾਂ, ਫਿਰ ਸਤਿਗੁਰਾਂ ਦੇ ਦਰਸ਼ਨ ਦਿਦਾਰੇ, ਸਤਿਗੁਰ ਸੱਚੇ ਪਾਤਸ਼ਾਹ ਦੇ ਦਰ ਤੇ ਚੱਲ ਕੇ ਆਉਣਾ, ਫਿਰ ਆਪਣੇ ਰੋਜ਼ਾਨਾ ਦੇ ਕੰਮਾਂ ਕਾਰਾਂ ਦੀ ਦਿਨਚਰਿਆ ਦੀ ਸ਼ੁਰੂਆਤ ਕਰਨੀ। ਇਹ ਵੱਡੇ ਭਾਗਾਂ ਵਾਲੇ ਜੀਵਾਂ ਦੇ, ਚੰਗੇ ਕਰਮਾਂ ਵਾਲੇ ਜੀਵਾਂ ਦੇ ਭਾਗਾਂ ਵਿੱਚ ਇਹ ਵਸਤੂ ਪ੍ਰਾਪਤ ਹੁੰਦੀ ਹੈ। ਸੋ ਸਤਿਗੁਰ ਨੇ ਰਹਿਮਤ ਕੀਤੀ ਹੈ, ਸਾਨੂੰ ਸਭ ਨੂੰ ਸੁਭਾਗਾ ਸਮਾਂ ਇਹ ਪ੍ਰਾਪਤ ਹੋਇਆ ਹੈ ਕਿ ਸਤਿਗੁਰਾਂ ਦੇ ਦਰਸ਼ਨ ਦਿਦਾਰੇ ਹੋ ਰਹੇ ਹੈ। ਗੁਰਬਾਣੀ ਦੇ ਨਾਲ ਜੀਵਨ ਨੂੰ ਸਫਲਿਆਂ ਕਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ, ਕਿਉਂਕਿ ਮਨੁੱਖਾ ਜਨਮ ਬੜਾ ਦੁਰਲੱਭਾ ਹੈ। ਸਤਿਗੁਰਾਂ ਦੀ ਪਾਵਨ ਬਾਣੀ ਨੂੰ ਜਦੋਂ ਅਸੀਂ ਪੜ੍ਹਦੇ ਹਾਂ, ਸੁਣਦੇ ਹਾਂ, ਵਿਚਾਰਦੇ ਹਾਂ ਤੇ ਅਨੇਕਾਂ ਪ੍ਰਮਾਣ ਸਤਿਗੁਰ ਨੇ ਇਸ ਮਨੁੱਖਾ ਜਨਮ ਦੇ ਬਾਬਤ, ਇਸ ਮਨੁੱਖਾ ਦੇਹੀ ਦੇ ਬਾਬਤ ਸਾਨੂੰ ਬਖਸ਼ਿਸ਼ ਕਰਕੇ ਸਮਝਾਉਣਾ ਕੀਤਾ। ਹੀਰਾ ਜਨਮ ਅਮੋਲਕ ਹੈ ਭਾਰੀ। ਸਤਿਗੁਰ ਬਚਨ ਕਰਦੇ ਆ, ਭਾਈ ਇਹ ਜਿਹੜਾ ਜਨਮ ਹੈ, ਮਨੁੱਖਾ ਜਨਮ, ਇਹ ਹੀਰੇ ਦੀ ਨਿਆਈ ਹੈ, ਅਮੋਲਕ ਹੈ। ਦੁਨੀਆ ਤੇ ਹਰ ਵਸਤੂ ਦਾ ਮੁੱਲ ਹੈ, ਪਰ ਇਸ ਮਨੁੱਖਾ ਜਨਮ ਦਾ ਕੋਈ ਮੁੱਲ ਨਹੀਂ, ਦੁਰਲੱਭਾ ਹੈ। ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੈ ਬਾਰ, ਜਿਉ ਬਨ ਫਲ ਪਾਕੇ ਭੋਏ ਗਿਰੈ, ਬਹੁਰ ਨਾ ਲਾਗੈ ਡਾਰ। ਇਹ ਮਨੁੱਖਾ ਜਨਮ ਇਤਨਾ ਦੁਰਲੱਭ ਹੈ ਕਿ ਇਹਦਾ ਮੁੱਲ ਹੀ ਕੋਈ ਨਹੀਂ ਹੈ, ਇੰਨਾ ਅਮੋਲਕ ਹੈ। ਜਿਸ ਤਰ੍ਹਾਂ ਵਾਹਿਗੁਰੂ ਅਮੋਲਕ ਹਰ ਆਪ ਅਮੁਲਕ ਹੈ, ਮੁੱਲ ਨਾ ਪਾਇਆ ਜਾਏ, ਇਸੇ ਤਰ੍ਹਾਂ ਵਾਹਿਗੁਰੂ ਦੀ ਇਹ ਦਾਤ ਵੀ ਅਮੋਲਕ ਹੈ। ਮਨੁੱਖਾ ਜਨਮ ਦਾ ਕੋਈ ਮੁੱਲ ਨਹੀਂ, ਇੱਕ ਵੀ ਸਵਾਸ ਦਾ ਕੋਈ ਮੁੱਲ ਨਹੀਂ। ਜਿੰਨੇ ਵਾਹਿਗੁਰੂ ਵੱਲੋਂ ਮਿਲੇ ਹੋਏ ਸਵਾਸ ਹੈ ਉਹ ਮਨੁੱਖ ਸੰਸਾਰ ਦੇ ਉੱਤੇ ਵਿਚਰ ਕੇ ਸੰਪੂਰਨ ਕਰਦਾ ਹੈ। ਕੋਈ ਸਫਲਿਆਂ ਕਰ ਜਾਂਦਾ, ਕੋਈ ਬਰਬਾਦ ਕਰ ਜਾਂਦਾ। ਜੋ ਬਰਬਾਦ ਕਰਦਾ ਉਹ 84 ਦੇ ਚੱਕਰ 'ਚ ਪੈਂਦਾ, ਔਰ ਜਿਹੜਾ ਸਫਲਿਆਂ ਕਰ ਜਾਂਦਾ ਉਹ ਵਾਹਿਗੁਰੂ ਦੀ ਜੋਤ ਵਿੱਚ ਲੀਨ ਹੋ ਜਾਂਦਾ। 84 ਦਾ ਚੱਕਰ ਖਤਮ ਹੋ ਜਾਂਦਾ। ਇਹ ਸਤਿਗੁਰਾਂ ਦੀ ਪਾਵਨ ਬਾਣੀ ਦੇ ਬਚਨ ਹਨ। ਦੁਰਲੱਭਾ ਹੈ ਮਨੁੱਖਾ ਜਨਮ, ਅਮੋਲਕ ਹੈ। ਜੇ ਵੈਸੇ ਦੇਖਿਆ ਜਾਵੇ ਤੇ ਮਹਾਂਪੁਰਸ਼ਾਂ ਵਿਦਵਾਨਾਂ ਨੇ ਬਚਨ ਕੀਤੇ ਹੈ ਕਿ ਅਜੇ ਪਸ਼ੂ ਪੰਛੀਆਂ ਦੇ ਸਰੀਰ ਜਿਹੜੇ ਅੰਗ ਪ੍ਰਤੰਗ ਕਿਸੇ ਕੰਮ ਆ ਜਾਂਦੇ ਹੈ, ਪਰ ਮਨੁੱਖਾ ਸਰੀਰ ਕਿਸੇ ਕੰਮ ਨਹੀਂ ਆਉਂਦਾ। ਇੱਕ ਬੰਦਗੀ, ਇੱਕ ਸੇਵਾ, ਸਿਮਰਨ, ਭਜਨ ਤੋਂ ਬਿਨਾਂ ਇਹਦਾ ਅੰਗ ਪ੍ਰਤੰਗ ਕਿਸੇ ਕੰਮ ਨਹੀਂ ਆਉਂਦਾ। महापुरुषों के बोलने हाथियों के दांत के खिलौने बने भांत भांत, मिर्गन की खाल जोगी जति को सहाई है। पशुओं की खाल का जोड़ा बने अत सुंदर, बकरे की खाल साथ पानी भर जाई है। ये जड़ियां जानवर जोनियां इन्हां दे अंग प्रतंग कम आ जाते है। हाथी दे दंद अनेकां गहने बनते आ, उसदे हाथी दंद दे गहने, हाथी दी जिहड़ी चमड़ी वो भी कम, हाथी दे विचों होर बहुत सारे उहदे अंग प्रतंग जिहड़े आ वो कम आउंदे आ। बकरे दी खल आ उहदे नाल मशकां बन जांदियां ने। आपां देखदे आ कि आ जोड़ी तबले बनदे आ, ढोलक बनदी है जिहदे नाल असीं प्रभु दा भजन भी गाउने आ, शबद सुरताल मिला के। ये उन्हां पशुआं दी खल तो ही बणीआं होईआं वस्तां ने। गैंडे दी खल आ बड़ी गर्म मनी गई है, उहदे वस्त्र बनदे आ। राजे राणे लोग, अमीर लोग उन्हां वस्त्रां नूं पहनदे आ।
ਪਰ ਮਹਾਤਮਾ ਮਹਾਪੁਰਸ਼ ਇਹਨਾਂ ਪਸ਼ੂਆਂ ਦਾ, ਜਾਨਵਰਾਂ ਦਾ ਜ਼ਿਕਰ ਕਰਕੇ ਕਹਿੰਦੇ ਆ ਕਿ ਭਲਿਆ ਹੈ ਤਾਂ ਮਨੁੱਖਾ ਦੇਹੀ ਸਭ ਤੋਂ ਦੁਰਲੱਭ ਹੈ, ਅਮੋਲਕ ਹੈ। ਪਰ ਕਹਿ ਕਵੀ ਦਇਆ ਰਾਮ ਰਾਮ ਕੇ ਭਜਨ ਬਿਨ ਮਾਨਸ ਕੀ ਦੇਹੀ ਕਿਸੇ ਕਾਮ ਨਹੀਂ ਆਈ ਹੈ। ਇੱਕ ਵਾਹਿਗੁਰੂ ਦੀ ਬੰਦਗੀ ਬਿਨਾ, ਉਸ ਅੱਲਾ ਖੁਦਾ ਵਾਹਿਗੁਰੂ ਰਾਮ ਦੇ ਭਜਨ ਬਿਨਾ ਇਹ ਮਨੁੱਖਾ ਸਰੀਰ ਕਿਸੇ ਕੰਮ ਨਹੀਂ ਆਉਂਦਾ। ਇਹਦਾ ਕੋਈ ਅੰਗ ਪ੍ਰਤੰਗ ਜਾਂ ਭੱਜੇ ਤਾਂ ਠੀਕਰ ਹੋਵੇ, ਘਾੜਤ ਘੜੀ ਨਾ ਜਾਏ, ਕਿਸੇ ਵੀ ਕੰਮ ਨਹੀਂ ਆਉਂਦਾ ਇਹ ਮਨੁੱਖਾ ਸਰੀਰ। ਪਰ ਹੈ ਦੁਰਲੱਭ, ਹੈ ਅਮੋਲਕ ਹੈ। ਪਸ਼ੂਆਂ ਦੇ ਅੰਗ ਪ੍ਰਤੰਗ ਕੰਮ ਆ ਜਾਂਦੇ, ਪਰ ਵਾਹਿਗੁਰੂ ਦੀ ਬੰਦਗੀ ਬਿਨਾ, ਗੁਰਬਾਣੀ ਦੇ ਬਚਨ ਨੇ ਹਾੜ ਜਰੇ ਜੈਸੇ ਲੱਕੜੀ ਕਾ ਤੂਲਾ, ਕੇਸ ਜਰੇ ਜੈਸੇ ਘਾਸ ਕਾ ਪੂਲਾ। ਇਹ ਸਰੀਰ ਕਿਸੇ ਕੰਮ ਨਹੀਂ, ਵਾਹਿਗੁਰੂ ਦੀ ਬੰਦਗੀ ਬਿਨਾ, ਭਗਤੀ ਬਿਨਾ। ਤਾਂ ਹੀ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਬੰਦਗੀ ਵੱਲ ਪ੍ਰੇਰਿਆ, ਭਗਤੀ ਵੱਲ ਪ੍ਰੇਰਿਆ, ਨਾਮ ਸਿਮਰਨ ਵੱਲ ਸਾਨੂੰ ਪ੍ਰੇਰਿਆ ਕਿ ਕਲ ਮੈਂ ਕਰਮ ਧਰਮ ਨਹੀਂ ਕੋਈ, ਕਲੀ ਕਾ ਜਨਮ ਚੰਡਾਲ ਕੈ ਘਰ ਹੋਈ, ਨਾਨਕ ਨਾਮ ਬਿਨਾ ਕੋ ਮੁਕਤ ਨਾ ਹੋਈ। ਉਸ ਵਾਹਿਗੁਰੂ ਦੇ ਨਾਮ ਤੋਂ ਬਿਨਾ, ਬੰਦਗੀ ਤੋਂ, ਭਜਨ ਤੋਂ ਬਿਨਾ ਕੋਈ ਮਨੁੱਖ ਮੁਕਤ ਨਹੀਂ ਹੁੰਦਾ, ਕੋਈ ਜੀਵ ਮੁਕਤ ਨਹੀਂ ਹੁੰਦਾ। ਔਰ ਜੇ ਇਸ ਮਨੁੱਖਾ ਜਨਮ ਦੇ ਅੰਦਰ ਬੰਦਗੀ ਭਗਤੀ ਕੀਤੀ ਤੇ ਤਾਂ ਹੀ ਮਨੁੱਖ ਜਿਹੜਾ ਹੈ ਜੀਵਨ ਸਫਲ ਕਰ ਸਕਦਾ, ਤਾਂ ਹੀ ਉਹਦਾ ਲੋਕ ਸੁਖੀਆ ਤੇ ਪਰਲੋਕ ਸੁਹੇਲਾ ਹੋ ਸਕਦਾ। ਵਾਹਿਗੁਰੂ ਦਾ ਸਿਮਰਨ, ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਅੱਜ ਦੇ ਪਾਵਨ ਸ਼ਬਦ ਦੀ ਜੋ ਬਖਸ਼ਿਸ਼ ਕਰ ਰਹੇ ਆ, ਉਸ ਦੇ ਅੰਦਰ ਵੀ ਸਾਨੂੰ ਉਸ ਵਾਹਿਗੁਰੂ ਦਾ ਸਿਮਰਨ, ਉਸ ਵਾਹਿਗੁਰੂ ਦੇ ਆਰਾਧਨਾ, ਸ਼ਬਦ ਦੀ ਆਰਾਧਨਾ ਦਾ ਫਰਮਾਨ ਸਤਿਗੁਰ ਸੱਚੇ ਪਾਤਸ਼ਾਹ ਬਖਸ਼ ਰਹੇ ਹੈ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ਲੋਕ 12 ਤੇ ਵਧੀਕ ਦੇ ਅੰਦਰ ਜੋ ਬਖਸ਼ਿਸ਼ ਕੀਤਾ ਹੈ, 2 ਸ਼ਲੋਕਾਂ ਦੀ ਕਥਾ ਆਪ ਸਰਵਣ ਕਰ ਚੁੱਕੇ ਹੋ। ਤੀਸਰੇ ਸ਼ਲੋਕ ਦੀ ਸਤਿਗੁਰ ਸੱਚੇ ਪਾਤਸ਼ਾਹ ਜੋ ਬਖਸ਼ਿਸ਼ ਕਰ ਰਹੇ ਨੇ, ਆਓ ਮਨੋਬਿਰਤੀਆਂ ਨੂੰ ਇਕਾਗਰ ਚਿਤ ਕਰਕੇ ਸਰਵਣ ਕਰੀਏ। ਮਨੋਬਿਰਤੀਆਂ ਦੀ ਇਕਾਗਰਤਾ ਦੇ ਵਾਸਤੇ ਸਰਬਤ ਸੰਗਤਾਂ ਮਿਲ ਕੇ ਉਚਾਰਨ ਕਰੋ, ਸਤਨਾਮ ਸ਼੍ਰੀ ਵਾਹਿਗੁਰੂ ਜੀ। ਗੁਰ ਕੈ ਸ਼ਬਦ ਆਰਾਧੀਐ, ਨਾਮ ਰੰਗ ਬੈਰਾਗ, ਜੀਤੇ ਪੰਚ ਬੈਰਾਈਆ, ਨਾਨਕ ਸਫਲ ਮਾਰੂ ਇਹੋ ਰਾਗ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਆ ਕਿ ਭਾਈ ਉਸ ਗੁਰੂ ਦੇ ਸ਼ਬਦ ਦਾ ਆਰਾਧਨ, ਪਰਮਾਤਮਾ ਦੇ ਸ਼ਬਦ ਦਾ ਆਰਾਧਨ, ਇਹ ਵੀ ਖਿਆਲ ਰੱਖਣਾ। ਗੁਰਮੁਖੋ ਸਤਿਗੁਰਾਂ ਨੇ ਸਾਨੂੰ ਸ਼ਬਦ ਨਾਲ ਜੋੜਿਆ। ਸ਼ਬਦ ਸਰੂਪ ਧੰਨ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਸ਼ਬਦ ਹੈ, ਪਰਮਾਤਮਾ ਦਾ ਸਰੂਪ। ਪਵਨ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਸਤਿਗੁਰ ਨੇ ਸਾਨੂੰ ਆਕਾਰ ਨਹੀਂ, ਨਿਰੰਕਾਰ ਨਾਲ ਜੋੜਿਆ, ਸ਼ਬਦ ਨਾਲ ਜੋੜਿਆ। ਸ਼ਬਦ ਦਾ ਕੋਈ ਆਕਾਰ ਨਹੀਂ, ਜੋ ਅਸੀਂ ਮੁਖ ਤੋਂ ਬੋਲਦੇ ਹਾਂ ਇਹ ਵੀ ਸ਼ਬਦ ਹੈ, ਇਸ ਦਾ ਵੀ ਕੋਈ ਆਕਾਰ ਨਹੀਂ ਹੈ। ਕੋਈ ਪਤਾ ਨਹੀਂ ਲੱਗਦਾ ਇਹ ਕਿੰਨੇ ਮੀਟਰ ਲੰਬਾ ਚੌੜਾ ਹੈ, ਕੀ ਇਸ ਦੀ ਲੰਬਾਈ ਚੌੜਾਈ ਹੈ। ਤੇ ਜਿਹੜਾ ਵਾਹਿਗੁਰੂ ਦਾ ਸ਼ਬਦ, ਸ਼ਬਦ ਰੂਪ ਪਰਮਾਤਮਾ ਅਕਾਲ ਪੁਰਖ ਹੈ, ਨਿਰੰਕਾਰ, ਸੱਚਖੰਡ ਵਸੈ ਨਿਰੰਕਾਰ। ਨਿਰੰਕਾਰ ਦੇ ਨਾਲ, ਸ਼ਬਦ ਦੇ ਨਾਲ ਜੋੜਿਆ। ਤੇ ਗੁਰੂ ਅਰਜਨ ਦੇਵ ਮਹਾਰਾਜ ਬਚਨ ਕਰਦੇ, ਭਾਈ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੀ ਆਰਾਧਨਾ ਕੀਤੀ ਹੈ ਉਹ ਨਾਮ ਰੰਗ ਵਿੱਚ ਰਗੇ ਗਏ ਤੇ ਵਿਕਾਰਾਂ ਵੱਲੋਂ, ਮੋਹ ਮਾਇਆ ਪਦਾਰਥਾਂ ਵੱਲੋਂ ਵਿਰਾਗ ਧਾਰਨ ਕਰ ਲਿਆ। ਮੋਹ ਮਾਇਆ ਪਦਾਰਥਾਂ ਵੱਲੋਂ ਵਿਰਾਗ ਉਪਰਾਮਤਾ ਧਾਰਨ ਕਰਕੇ ਜਿਨ੍ਹਾਂ ਨੇ ਉਸ ਵਾਹਿਗੁਰੂ ਪਰਮਾਤਮਾ ਦਾ ਸਿਮਰਨ ਕੀਤਾ, ਉਹਨਾਂ ਨੇ ਪੰਜੇ ਬੁਰਾਈਆਂ ਨੂੰ, ਉਹਨਾਂ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਜਿਤਨਾ ਕੀਤਾ। ਜੀਤੇ ਪੰਚ ਬੈਰਾਈਆ, ਨਾਨਕ ਸਫਲ ਮਾਰੂ ਇਹ ਰਾਗ। ਇਹ ਜਿਹੜਾ ਵਾਹਿਗੁਰੂ ਦੇ ਸ਼ਬਦ ਦਾ ਰਾਗ ਹੈ, ਪਿਆਰ ਹੈ ਉਸ ਵਾਹਿਗੁਰੂ ਦੀ ਬੰਦਗੀ ਦਾ, ਉਹਦੇ ਨਾਲ ਹੀ ਇਹ ਜਿਹੜੀਆਂ 5 ਵਿਕਾਰ ਨੇ, ਇਹਨਾਂ ਨੂੰ ਮਾਰਨ ਦੀ ਦਵਾਈ ਜਿਹੜੀ ਸਫਲ ਮਾਰੂ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਇਹੀ ਨਾਮ ਦੀ ਦਵਾਈ ਹੈ ਜਿਹੜੀ ਇਹਨਾਂ ਵਿਕਾਰਾਂ ਨੂੰ ਖਤਮ ਕਰਦੀ, ਵਿਕਾਰਾਂ ਨੂੰ ਕੰਟਰੋਲ ਕਰਦੀ ਹੈ। ਇੱਕ ਇੱਕ ਵਿਕਾਰ ਦੁਖਦਾਈ ਹੈ। ਗੁਰਬਾਣੀ ਦਾ ਬਚਨ ਹੈ ਕਿ ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਇੱਕ ਇੱਕ ਦੁੱਖ ਦੇ ਨਾਲ, ਪੰਜਾਂ ਦਾ ਜ਼ਿਕਰ ਕਰਕੇ, ਮਿਰਗ ਦਾ ਜ਼ਿਕਰ ਕਰਕੇ,
ਮ੍ਰਿਗ ਮੀਨ ਮਛਲੀ ਦਾ ਜ਼ਿਕਰ ਕਰਕੇ, ਭ੍ਰਿੰਗ ਪਤੰਗ ਕੁੰਚਰ ਇਹਨਾਂ ਦਾ ਜ਼ਿਕਰ ਕਰਕੇ, ਭੌਰੇ ਦਾ ਜ਼ਿਕਰ ਕਰਕੇ, ਪਤੰਗੇ ਦਾ ਜ਼ਿਕਰ ਕਰਕੇ, ਹਾਥੀ ਦਾ ਜ਼ਿਕਰ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਆ ਕਿ ਭਲਿਆ ਇੱਕ ਇੱਕ ਦੋਖ ਦੇ ਨਾਲ ਇਹਨਾਂ ਦਾ ਵਿਨਾਸ਼ ਹੋ ਗਿਆ, ਨਾਸ਼ ਹੋ ਗਿਆ, ਨੁਕਸਾਨ ਹੋਇਆ, ਪਰ ਤੇਰੇ ਅੰਦਰ ਤਾਂ ਇਹ ਪੰਜੇ ਹੀ ਹੈ। ਇਹ ਪੰਜੇ ਬਹੁਤ ਦੁਖਦਾਈ ਹੈ। ਕਾਮ ਕਰੋ ਲੋਭ ਮੋਹ ਹੰਕਾਰ, ਪੰਜ ਵਿਸ਼ੇ ਪੰਜ ਵਿਕਾਰ, ਸ਼ਬਦ ਸਪਰਸ ਰਸ ਰੂਪ ਗੰਧ। ਔਰ ਸਤਿਗੁਰ ਬਚਨ ਕਰਦੇ ਕਿ ਪੰਜੇ ਇੰਨੇ ਦੁਖਦਾਈ ਹੈ ਕਿ ਮਿਰਗ ਨੂੰ ਉਹਨੂੰ ਨਾਦ ਦਾ ਸੁਣਨ ਦਾ ਦੋਖ ਹੈ, ਘੰਡੇ ਹੇੜੇ ਦਾ ਸ਼ਬਦ ਜਿਸ ਵੇਲੇ ਸ਼ਿਕਾਰੀ ਫੜਨ ਵਾਸਤੇ ਉਸ ਨੂੰ ਯਤਨ ਕਰਦਾ ਤੋ ਇੰਨਾ ਮਸਤ ਹੋ ਜਾਂਦਾ ਕਿ ਘੰਡੇ ਹੇੜੇ ਦੇ ਸ਼ਬਦ ਦੇ ਉੱਪਰ ਉਹ ਆਪਣਾ ਆਪ ਖੋ ਬੈਠਦਾ ਤੇ ਸ਼ਿਕਾਰੀ ਦੇ ਕਾਬੂ ਆ ਜਾਂਦਾ। ਮਛਲੀ ਲੋਭ ਲਾਲਚ ਵਿੱਚ ਇੰਨਾ ਆ ਜਾਂਦੀ ਹੈ ਕਿ ਉਹਨੂੰ ਜਦੋਂ ਕੁੰਡੀ ਤੇ ਮਾਸ ਜਾਂ ਕੁੰਡੀ ਤੇ ਆਟਾ ਲਾ ਕੇ ਉਸ ਨੂੰ ਫੜਨ ਵਾਸਤੇ ਸ਼ਿਕਾਰੀ ਜਿਸ ਵੇਲੇ ਜਾਲ ਬੁਣਦਾ ਤਾਂ ਉਹ ਖਾਣ ਦੇ ਲਾਲਚ ਵਿੱਚ, ਰਸ ਦੇ ਲਾਲਚ ਵਿੱਚ ਆ ਕੇ ਤੇ ਉਸ ਦੇ ਸ਼ਿਕਾਰੀ ਦੇ ਕਾਬੂ ਆ ਜਾਂਦੀ। ਇੱਕ ਦੋਖ ਨੇ ਉਸ ਦਾ ਵਿਨਾਸ਼ ਕਰ ਦਿੱਤਾ। ਭੌਰਾ ਜਿਹੜਾ ਹੈ ਆਪਾਂ ਦੇਖਦੇ ਉਹਨੂੰ ਸੁੰਘਣ ਸੁਗੰਧੀ ਦਾ, ਭੌਰਾ ਆਪਾਂ ਆਪ ਖੋ ਬੈਠਦਾ। ਪਤੰਗਾ ਆਪਣਾ ਆਪ ਬਲ ਦੀ ਛਮਾ ਤੇ ਜਾ ਕੇ ਸੜ ਮਰਦਾ। ਔਰ ਇਸੇ ਤਰ੍ਹਾਂ ਹਾਥੀ ਨੂੰ ਕਾਮ ਰੋਗ ਹੈ ਤੇ ਉਸ ਕਾਮ ਦੇ ਦੋਸ਼ ਦੇ ਨਾਲ ਹਾਥੀ ਜਿਹੜਾ ਉਹ ਸ਼ਿਕਾਰੀ ਦੇ ਹੱਥ ਆ ਜਾਂਦਾ। ਕਾਲ ਬੂਤ ਕੀ ਹਸਤਨੀ ਮਨ ਬੌਰਾ ਰੇ। ਗੁਰਬਾਣੀ ਦੇ ਵਿੱਚ ਬਚਨ ਇਹਨਾਂ ਪੰਜਾਂ ਦੇ ਇੱਕ ਇੱਕ ਕਰਕੇ ਉਹਨਾਂ ਦੇ ਵਿਨਾਸ਼ ਦਾ ਕਾਰਨ ਬਣ ਜਾਂਦਾ। ਤੇ ਸਤਿਗੁਰ ਬਚਨ ਕਰਦੇ ਆ ਪੰਜ ਰੋਗ ਅਸਾਧ ਜਾਮੈ। ਇਹ ਅਸਾਧ ਰੋਗ ਨੇ ਜਿਹੜੇ ਇੱਕ ਇੱਕ ਨੇ ਨੁਕਸਾਨ ਪਹੁੰਚਾ ਦਿੱਤਾ ਤੇ ਜਿਹਦੇ ਅੰਦਰ ਇਹ ਪੰਜੇ ਹੀ ਆ ਤਾਂ ਕਿ ਕੇਤਕ ਆਸ ਉਹਦੇ ਬਚਾਅ ਦੀ ਕਿੰਨੀ ਕਾਸ ਹੋ ਸਕਦੀ ਹੈ। ਪਰ ਇਸ ਤੋਂ ਇਹਨਾਂ ਤੋਂ ਬਚਾਵਾ ਕਿਵੇਂ ਹੁੰਦਾ? ਸ਼ਬਦ ਦੀ ਆਰਾਧਨਾ ਨਾਲ, ਪਰਮਾਤਮਾ ਦੀ ਬੰਦਗੀ ਨਾਲ, ਵਾਹਿਗੁਰੂ ਦੀ ਸਿਫਤ ਸਲਾਹ ਨਾਲ, ਉਸ ਵਾਹਿਗੁਰੂ ਦੇ ਭਜਨ ਨਾਲ ਜੁੜ ਕੇ। ਜਦੋਂ ਵੀ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਦੀ ਬਾਣੀ ਪੜ੍ਹਦੇ ਤੇ ਇਹੀ ਉਪਦੇਸ਼ ਮਿਲਦਾ ਕਿ ਭਾਈ ਉਹਦਾ ਸਿਮਰਨ ਕਰ, ਉਸ ਵਾਹਿਗੁਰੂ ਦੀ ਬੰਦਗੀ ਕਰ, ਭਗਤੀ ਕਰ। ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਬਿਕਲ ਭਈ ਨਹੀਂ ਬਾਨੀ, ਭਜ ਲੈ ਰੇ ਮਨ ਸਾਰੰਗ ਪਾਨੀ। ਉਸ ਵਾਹਿਗੁਰੂ ਨੂੰ ਭਜ, ਯਾਦ ਕਰ, ਉਹਦਾ ਸਿਮਰਨ ਕਰ, ਬੰਦਗੀ ਕਰ। ਤੇ ਖਿਆਲ ਕਰ ਜੇ ਹੁਣ ਨਹੀਂ ਬੰਦਗੀ ਕਰੇ ਆਬਣਾ ਭਜਸ ਭਜਸ ਕਬ ਭਾਈ। ਇਹ ਨਾ ਸੋਚ ਬਚਪਨ ਹੈ ਜਵਾਨੀ 'ਚ ਜਾ ਕੇ ਭਜਨ ਕਰ ਲੈ, ਜਵਾਨੀ ਹੈ ਬੁਢਾਪੇ 'ਚ ਜਾ ਕੇ ਭਜਨ ਕਰ ਲਵਾਂਗੇ। ਨਹੀਂ, ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਭਜ, ਯਾਦ ਕਰ ਜਦੋਂ ਵੀ ਸਮਾਂ, ਕਿਉਂਕਿ ਕਾਲ ਕਰੰਤਾ ਅਬੇ ਕਰ ਅਬ ਕਰਤਾ ਸੋਇ ਤਾਲ, ਪਾਸੇ ਕਛੂ ਨਾ ਹੋਏਗਾ ਜੋ ਸਿਰ ਪਰ ਆਵੇ ਕਾਲ। ਹੁਣੇ ਲੱਗ ਜਾ, ਜਿਹੜਾ ਕੱਲ ਕਰਨ ਨੂੰ ਸੋਚਦਾ ਉਹ ਅੱਜ ਕਰ, ਜਿਹੜਾ ਅੱਜ ਕਰਨ ਨੂੰ ਸੋਚਦਾ ਹੁਣੇ ਕਰ। ਤੇ ਉਹ ਵਾਹਿਗੁਰੂ ਦੀ ਬੰਦਗੀ ਭਗਤੀ ਇਹ ਤਾਂ ਹੁਣੇ ਬਸ ਸ਼ੁਰੂ ਹੋ ਜਾ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਉਹਦਾ ਸਿਮਰਨ ਕਰ, ਉਸ ਰਾਮ ਦਾ, ਅੱਲਾ ਖੁਦਾ ਵਾਹਿਗੁਰੂ ਆਪੋ ਆਪਣੇ ਧਰਮ ਅਨੁਸਾਰ ਜੋ ਆਪਣੀਆਂ ਮਿਤ ਮਰਿਆਦਾਵਾਂ ਫੇਥ ਨੂੰ ਫਾਲੋ ਕਰ। ਉਸ ਵਾਹਿਗੁਰੂ ਦਾ ਸਿਮਰਨ ਕਰ ਜੋ ਤੈਨੂੰ ਭਜਨ ਤੇਰੇ ਗੁਰੂ ਨੇ ਬਖਸ਼ਿਆ। ਪੂਰੇ ਗੁਰੂ ਨੇ ਪੂਰਾ ਪ੍ਰਭ ਆਰਾਧਿਆ, ਪੂਰਾ ਜਾਕਾ ਨਾਉ ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਉਸ ਪੂਰੇ ਪਰਮੇਸ਼ਰ ਦੇ, ਪੂਰੇ ਗੁਰੂ ਦੇ ਕੋਲੋਂ ਸ਼ਬਦ ਦੀ ਪ੍ਰਾਪਤੀ ਕਰਕੇ ਤੇ ਉਹਦਾ ਭਜਨ ਸਿਮਰਨ ਕਰਨਾ। ਮੈਂ ਪਹਿਲਾਂ ਬੇਨਤੀ ਕੀਤੀ ਸ਼ਬਦ ਨਾਲ ਜੋੜਿਆ, ਆਕਾਰ ਨਾਲ ਨਹੀਂ, ਨਿਰੰਕਾਰ ਨਾਲ ਜੋੜਿਆ। ਉਸ ਵਾਹਿਗੁਰੂ ਦਾ ਸ਼ਬਦ ਉਹ ਨਿਰੰਕਾਰ ਵਾਹਿਗੁਰੂ ਦਾ ਸਰੂਪ ਹੈ। ਵਾਹੂ ਵਾਹੂ ਬਾਣੀ ਨਿਰੰਕਾਰ ਹੈ, ਤਿਸ ਜੇਵੜ ਅਵਰ ਨਾ ਕੋਇ। ਸਮੁੱਚੀ ਬਾਣੀ ਨਿਰੰਕਾਰ ਰੂਪ ਹੈ। ਓਂਕਾਰ ਤੋਂ 18 10 20 ਤੱਕ ਅਸੀਂ ਸਤਿਗੁਰਾਂ ਦੀ ਪਾਵਨ ਸੰਤਾਂ ਭਗਤਾਂ ਦੀ ਗੁਰਸਿੱਖਾਂ ਦੀ ਬਾਣੀ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਆ, ਅਸੀਂ ਪੜ੍ਹਦੇ ਹਾਂ, ਸੁਣਦੇ ਹਾਂ, ਵਿਚਾਰਦੇ ਹਾਂ। ਇਹ ਸਾਰੀ ਨਿਰੰਕਾਰ ਦਾ ਰੂਪ ਹੈ, ਪਰਮਾਤਮਾ ਦਾ ਰੂਪ ਹੈ। ਤੇ ਉਸ ਵਾਹਿਗੁਰੂ ਦਾ ਭਜਨ, ਉਹਦਾ ਸਿਮਰਨ, ਇਹੀ ਸਾਡੇ ਜਨਮ ਦਾ, ਗੁਰਮੁਖ ਪਿਆਰ ਜਨਮ ਨੂੰ ਸਫਲਤਾ ਵਾਲੇ ਪਾਸੇ ਲਿਜਾਂਦਾ। ਇਹੀ ਇਸ ਮਨੁੱਖਾ ਜਨਮ ਦਾ ਮੁੱਲ ਪਾਉਂਦਾ। ਨਹੀਂ ਤੇ ਮਨੁੱਖਾ ਜਨਮ ਵਿਅਰਥ ਚਲੇ ਜਾਂਦਾ। ਹੀਰਾ ਜਨਮ ਅਮੋਲਕ ਹੈ ਭਾਰੀ, ਵਿਣ ਗਾਹਕ ਮੀਕਾ ਕਾਖਾ। ਗਾਹਕ ਤੋਂ ਬਿਨਾਂ, ਜੌਹਰੀ ਤੋਂ ਬਿਨਾਂ, ਕੱਖਾਂ ਦੀ ਨਿਆਈ, ਕੌਡੀਆਂ ਦੀ ਨਿਆਈ,
ਜੇ ਮਨੁੱਖ ਭਜਨ ਸਿਮਰਨ ਬੰਦਗੀ ਨੂੰ ਛੱਡ ਕੇ ਰਤਨ ਤਿਆਗ ਕੌਡੀ ਸੰਗ ਰਚੈ, ਸਾਚ ਛੋੜ ਝੂਠ ਸੰਗ ਮਚੈ, ਤਾਂ ਫਿਰ ਇਹ ਮਨੁੱਖਾ ਜਨਮ ਬਰਬਾਦ ਹੋ ਜਾਂਦਾ। ਤੇ ਸਤਿਗੁਰ ਬਚਨ ਕਰਦੇ, ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ, ਟਹਿਲ ਕੀ ਬੇਲਾ ਇਹਾਂ ਖਾਟ ਚਲੋ ਹਰ ਲਾਹਾ, ਆਗੈ ਬਸਣ ਸੁਹੇਲਾ। ਜੇ ਇੱਥੇ ਪ੍ਰਮਾਤਮਾ ਦੇ ਨਾਮ ਦਾ ਲਾਹਾ ਖਟਿਆ, ਭਜਨ ਦਾ, ਬੰਦਗੀ ਦਾ, ਤਾਂ ਫੇਰ ਹੀ ਤੇਰਾ ਅੱਗੇ ਬਸਣਾ ਸੁਹੇਲਾ ਹੁੰਦਾ। ਸੋ ਗੁਰੂ ਅਰਜਨ ਦੇਵ ਮਹਾਰਾਜ ਬਚਨ ਕਰ ਰਹੇ, ਭਾਈ ਉਸ ਨਾਮ ਦੀ ਅਰਾਧਨਾ, ਸ਼ਬਦ ਦੀ ਅਰਾਧਨਾ, ਗੁਰ ਕੈ ਸ਼ਬਦ ਅਰਾਧਦੀ ਹੈ, ਉਸ ਗੁਰੂ ਦੇ ਸ਼ਬਦ ਦੀ ਅਰਾਧਨਾ ਕਰ, ਪਰਮਾਤਮਾ ਦੇ ਨਾਮ ਦੀ ਅਰਾਧਨਾ ਕਰ। ਤੇ ਜਦੋਂ ਉਹਦੇ ਨਾਮ ਦੀ ਅਰਾਧਨਾ ਕਰੇਗਾ ਤਾਂ ਫਿਰ ਜੀਤੇ ਪੰਜ ਬਰਾਈਆਂ, ਫਿਰ ਇਹ ਪੰਜੇ ਜਿਹੜੇ ਅਸਾਧ ਰੋਗ ਹੈ ਇਹਨਾਂ ਨੂੰ ਤੂੰ ਜਿੱਤ ਲਵੇਂਗਾ। ਇਹ ਅਸਾਧ ਰੋਗ ਜਿਹੜੇ ਸਾਧੇ ਜਾਣਗੇ, ਤੇਰੇ ਵੱਸ ਹੋ ਜਾਣਗੇ। ਮਨ ਬਸ ਆਵੈ ਨਾਨਕਾ ਜੇ ਪੂਰਨ ਕਿਰਪਾ ਹੋਏ। ਉਸ ਵਾਹਿਗੁਰੂ ਦੀ ਕਿਰਪਾ ਹੋ ਜਾਵੇਗੀ, ਮਨ ਬਸ ਆ ਜਾਵੇਗਾ। ਇਹ ਪੰਜੇ ਵਿਕਾਰ ਜਿਹੜੇ ਆ ਇਹ ਜਿੱਤੇ ਜਾਣਗੇ, ਇਹ ਵਸ ਵਿੱਚ ਆ ਜਾਣਗੇ। ਖਿਆਲ ਕਰਨਾ, ਵਸ ਵਿੱਚ ਆਏ ਹੋਏ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੈਨੂੰ ਕਦੇ ਵੀ ਤੇਰੇ ਮਾਰਗ ਤੋਂ ਭਟਕਾ ਨਹੀਂ ਸਕਣਗੇ। ਜਦੋਂ ਤੂੰ ਉਸ ਵਾਹਿਗੁਰੂ ਦਾ ਸਿਮਰਨ, ਭਜਨ, ਬੰਦਗੀ, ਸ਼ਬਦ ਦੇ ਨਾਲ ਜੁੜ ਜਾਵੇਂਗਾ ਔਰ ਇਹ ਤੇਰੇ ਕਾਬੂ ਆ ਜਾਣਗੇ, ਫਿਰ ਤੈਨੂੰ ਭਟਕਾ ਨਹੀਂ, ਤੈਨੂੰ ਕਾਮ ਦੁੱਖ ਨਹੀਂ ਦੇਵੇਗਾ, ਕ੍ਰੋਧ ਦੁੱਖ ਨਹੀਂ ਦੇਵੇਗਾ, ਲੋਭ, ਮੋਹ, ਹੰਕਾਰ ਦੁੱਖ ਨਹੀਂ ਦੇਵੇਗਾ। ਅਸੀਂ ਮਹਾਂਪੁਰਸ਼ਾਂ ਗੁਰਸਿੱਖਾਂ ਦੇ ਜੀਵਨ ਪੜ੍ਹਦੇ, ਜਿਨ੍ਹਾਂ ਨੇ ਸ਼ਬਦ ਦੀ ਅਰਾਧਨਾ ਕਰਕੇ ਮਨ ਨੂੰ ਸਾਧਿਆ, ਪੰਜੇ ਵਿਕਾਰਾਂ ਨੂੰ ਵਸ ਕਰ ਲੈਣਾ ਕੀਤਾ, ਉਹਨਾਂ ਦਾ ਜੀਵਨ ਉਹ ਧੰਤਾ ਦੇ ਯੋਗ ਹੋ ਗਏ। ਵਾਹਿਗੁਰੂ ਦੀ ਸਿਫਤ ਸਲਾਹ ਦੇ ਨਾਲ ਜੁੜ ਕੇ ਉਹਨਾਂ ਨੇ ਆਪਣਾ ਜੀਵਨ ਤੇ ਸਫਲਾ ਕੀਤਾ, ਪਰ ਸਾਡੇ ਲਈ ਪੂਜਨ ਯੋਗ ਹੋਏ। ਮਹਾਂਪੁਰਖ ਬਾਬਾ ਅਤਰ ਸਿੰਘ ਜੀ ਦਾ ਜੀਵਨ ਪੜ੍ਹਦੇ ਹਾਂ ਅਸੀਂ, ਉਹਨਾਂ ਦਾ ਜੀਵਨ ਅਸੀਂ ਪੜ੍ਹਦੇ ਹਾਂ, ਦੇਖਦੇ ਹਾਂ ਕਿਵੇਂ ਉਹਨਾਂ ਸ਼ਬਦ ਦੀ ਅਰਾਧਨਾ ਕਰਕੇ ਤੇ ਗੁਰਮੁਖ ਪਿਆਰਿਓ ਪ੍ਰਮਾਤਮਾ ਨਾਲ ਇਕਮਿਕ ਹੋਣਾ ਕੀਤਾ, ਪੰਜੇ ਵਿਕਾਰਾਂ ਨੂੰ ਜਿੱਤਣਾ ਕੀਤਾ। ਇੰਦਰੀ ਜਿੱਤ ਮਹਾਂਪੁਰਸ਼ ਸੱਚਖੰਡ ਵਾਸੀ ਮਹਾਂਪੁਰਖ ਬਾਬਾ ਠਾਕੁਰ ਸਿੰਘ ਮੁਖੀ ਦਮਦਮੀ ਟਕਸਾਲ, ਅਸੀਂ ਉਹਨਾਂ ਮਹਾਂਪੁਰਖਾਂ ਦੇ ਦਰਸ਼ਨ ਕੀਤੇ ਆ ਜਿਹੜੇ ਭਜਨ ਬੰਦਗੀ ਦੇ ਵਿੱਚ ਹੀ ਲੀਨ ਰਹਿੰਦੇ ਸਨ ਸਦਾ। ਮਹਾਂਪੁਰਖ ਬਾਬਾ ਜਵਾਲਾ ਸਿੰਘ ਹਰਖੋਵਾਲ ਵਾਲੇ ਮਹਾਂਪੁਰਖ, ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ, ਦਮਦਮੀ ਟਕਸਾਲ ਦੇ ਗੁਰਮੁਖ ਪਿਆਰਿਓ 11ਵੇਂ ਮੁਖੀ, ਐਸੇ ਮਹਾਂਪੁਰਖ ਜਿਹੜੇ ਭਜਨ ਬੰਦਗੀ ਦੇ ਵਿੱਚ ਜੁੜੇ, ਸਿਮਰਨ ਵਿੱਚ ਜੁੜੇ, ਉਹਨਾਂ ਨੇ ਇਹਨਾਂ ਪੰਜਾਂ ਰੋਗਾਂ ਨੂੰ ਜਿਹੜੇ ਸਾਨੂੰ ਦੁਨਿਆਵੀ ਜੀਵਾਂ ਨੂੰ ਦੁੱਖ ਦਿੰਦੇ, ਸਾਨੂੰ ਕਾਮ ਵੀ ਦੁੱਖ ਦਿੰਦਾ, ਕ੍ਰੋਧ ਵੀ ਦੁੱਖ ਦਿੰਦਾ, ਲੋਭ ਵੀ ਦੁੱਖ ਦਿੰਦਾ, ਮੋਹ ਵੀ ਦੁੱਖ ਦਿੰਦਾ, ਹੰਕਾਰ ਵੀ ਦੁੱਖ ਦਿੰਦਾ। ਸਤਿਗੁਰਾਂ ਨੇ ਬਾਣੀ 'ਚ ਕਿਹਾ ਕਿ ਇਹ ਚੀਜ਼ਾਂ ਪਰਮਾਤਮਾ ਨੂੰ ਭਾਉਂਦੀਆਂ ਨਹੀਂ। ਹਰਜੂ ਹੰਕਾਰ ਨਾ ਭਾਵੇ, ਉਸ ਵਾਹਿਗੁਰੂ ਨੂੰ ਹੰਕਾਰ ਨਹੀਂ ਭਾਉਂਦਾ। ਅਸੀਂ ਹੰਕਾਰ ਵਿੱਚ ਤੁਰੇ ਫਿਰਦੇ ਹਾਂ। ਕਿਸੇ ਨੂੰ ਚੰਦ ਕੌਡੀਆਂ ਦਾ ਹੰਕਾਰ ਹੈ, ਚੰਦ ਸਿਆੜਾਂ ਦਾ ਹੰਕਾਰ ਹੈ, ਸੋਹਣੇ ਸਰੂਪ ਦਾ ਹੰਕਾਰ ਹੈ, ਚੰਦ ਸਿੱਕਿਆਂ ਦਾ ਹੰਕਾਰ ਹੈ। ਕਿਸੇ ਨੂੰ ਗੁਣ ਦਾ ਹੰਕਾਰ ਹੈ ਕਿ ਮੇਰੇ ਕੋਲੇ ਗੁਣ ਬੜਾ ਹੈ, ਮੈਨੂੰ ਬਹੁਤ ਗੁਣ ਆਉਂਦੇ, ਮੇਰੇ ਕੋਲ ਹੁਨਰ ਬਹੁਤ ਹੈ। ਕੋਈ ਕਿਸੇ ਚੀਜ਼ ਦਾ ਹੰਕਾਰ, ਕੋਈ ਕਿਸੇ ਚੀਜ਼ ਦਾ ਹੰਕਾਰ ਲੈ ਕੇ ਤੁਰਿਆ ਫਿਰਦਾ, ਪਰ ਸਤਿਗੁਰ ਕਹਿੰਦੇ ਪਰਮਾਤਮਾ ਨੂੰ ਨਹੀਂ ਭਾਉਂਦਾ। ਇਹ ਸਾਰੀਆਂ ਵਸਤੂਆਂ ਉਸ ਪਰਮਾਤਮਾ ਦੀਆਂ ਨੇ। ਕੋਈ ਵੈਦ ਜਰਾ ਡਾਕਟਰ ਕਿਸੇ ਰੋਗ ਦਾ ਨੁਕਸਾ ਉਹਨੂੰ ਮਿਲ ਜਾਵੇ ਤੇ ਉਸ ਨੁਕਸੇ ਦੇ ਨਾਲ, ਉਸ ਦਵਾਈ ਦੇ ਨਾਲ ਉਹ ਰੋਗੀ ਦਾ ਰੋਗ ਹੱਲ ਕਰਦਾ, ਤੇ ਫਿਰ ਉਹ ਹਉਮੈ ਕਰੇ, ਹੰਕਾਰ ਕਰੇ। ਵੈਦ ਕਹੇ ਹਉ ਹੀ ਭਲਾ ਦਾਰੂ ਮੇਰੇ ਵਸ, ਉਹ ਹੰਕਾਰ ਕਰੇ ਕਿ ਮੈਨੂੰ ਦਵਾ ਦਾ ਪਤਾ, ਦਾਰੂ ਦਾ ਪਤਾ, ਮੇਰੇ ਕੋਲੇ ਹੁਨਰ ਹੈ। ਪਰ ਸਤਿਗੁਰ ਦੀ ਬਾਣੀ ਦੇ ਬਚਨ ਨੇ, ਹਜ਼ੂਰ ਪਾਤਸ਼ਾਹ ਬਚਨ ਕਰਦੇ, ਭਾਈ ਐਵੇਂ ਹਉਮੈ ਨਾ ਕਰ, ਹੰਕਾਰ ਨਾ ਕਰ। ਇਹ ਤੋਂ ਵਸਤ ਗੋਪਾਲ ਕੀ ਜਬ ਭਾਵੈ ਲੈ ਖਾਸੇ। ਜਿਹੜੀ ਵਸਤੂ ਹੈ ਤੈਨੂੰ ਪਰਮਾਤਮਾ ਨੇ ਦਿੱਤੀ ਹੈ, ਇਹ ਹੁਨਰ ਤੇਰੇ ਕੋਲ ਉਸ ਪਰਮਾਤਮਾ ਦਾ, ਉਹ ਵਾਹਿਗੁਰੂ ਦਾ ਬਖਸ਼ਿਆ ਹੋਇਆ। ਜਦੋਂ ਚਾਹਵੇ ਉਹ ਤੇਰੇ ਤੋਂ ਖੋਹ ਸਕਦਾ। ਵੱਡੇ ਵੱਡੇ ਵਿਦਵਾਨ ਜਿਸ ਵੇਲੇ ਗੁਰਮੁਖ ਪਿਆਰਿਓ ਬੋਲਦੇ ਹੈ, ਦੁਨੀਆ ਸੁਣਦੀ ਹੈ, ਗਿਆਨ ਹਾਸਲ ਕਰਦੀ ਹੈ, ਪਰ ਜੇ ਉਹ ਵਿਦਵਤਾ ਦਾ ਹੰਕਾਰ ਹਉਮੈ ਕਰ ਲਵੇ, ਕਈ ਵਾਰ ਵੱਡੇ ਵੱਡੇ ਵਿਦਵਾਨਾਂ ਤੋਂ ਐਸੇ ਬੋਲ ਨਿਕਲ ਜਾਂਦੇ ਆ ਕਿ ਮੁੜ ਕੇ ਗੁਰਮੁਖ ਪਿਆਰਿਓ ਉਹਨਾਂ ਦੇ ਸਾਰੇ ਕੀਤੇ ਕਿਰਾਏ ਦੇ ਉੱਪਰ ਪਾਣੀ ਫਿਰ ਜਾਂਦਾ। ਮੁੜ ਕੇ ਉਹ ਜਿਹੜੇ ਸ਼ਬਦ ਆ ਮੁੜ ਜ਼ਬਾਨ 'ਚ ਨਹੀਂ ਪੈਂਦੇ, ਵਾਪਸ ਨਹੀਂ ਆਉਂਦੇ, ਜ਼ਬਾਨ ਤਿਲਕ ਜਾਂਦੀ ਹੈ ਹਉਮੈ ਹੰਕਾਰ ਦੇ ਕਾਰਨ। ਇੱਕ ਬਹੁਤ ਵੱਡਾ ਸਮਾਗਮ ਸੀ ਬੰਬੇ ਦੇ ਅੰਦਰ, ਉੱਥੇ ਇੱਕ ਬਹੁਤ ਵੱਡਾ ਵਿਦਵਾਨ ਬੋਲ ਰਿਹਾ ਸੀ, ਕਵੀ ਸੀ।
ਕਵਿਤਾ ਸੁਣਾ ਰਿਹਾ ਸੀ, ਲੋਕ ਅਸ਼-ਅਸ਼ ਕਰ ਰਹੇ ਸਨ। ਭਗਤ ਨਾਮਦੇਵ ਜੀ ਦਾ ਜ਼ਿਕਰ ਆਇਆ ਤੇ ਜਿਸ ਵੇਲੇ ਗੁਰਮੁਖ ਪਿਆਰਿਓ ਭਗਤ ਨਾਮਦੇਵ ਜੀ ਦਾ ਜ਼ਿਕਰ ਕੀਤਾ ਤੇ ਗੁਰਬਾਣੀ ਦੇ ਅੰਦਰ ਬਚਨ ਆਉਂਦੇ, ਆੜ ਦਾਮ ਕੋ ਛੀਪਰੋ ਹੋਇਓ ਲਾਖੀਨਾ। ਉਹ ਵਾਹਿਗੁਰੂ ਦੀ ਬੰਦਗੀ ਕਰਕੇ, ਭਗਤੀ ਕਰਕੇ, ਸ਼ੀਂਬਿਆਂ ਦੇ ਘਰ ਦੇ ਵਿੱਚ ਪੈਦਾ ਹੋਣ ਵਾਲਾ ਭਗਤ ਨਾਮਦੇਵ ਜਿਹਨੂੰ ਅੱਧੀ ਦਾਮ ਦਾ ਭਾਵ ਬੜਾ ਗਰੀਬੜਾ ਜਿਹਾ, ਜਿਹਨੂੰ ਲੋਕ ਕੋਈ ਗੁਰਮੁਖ ਪਿਆਰਿਓ ਕੋਈ ਦੁਆ ਸਲਾਮ ਨਹੀਂ ਸੀ ਕਰਦਾ, ਕੋਈ ਸੰਬੰਧ ਰੱਖਣ ਨੂੰ ਉਸ ਨਾਲ ਰਾਜੀ ਨਹੀਂ, ਪਰ ਵਾਹਿਗੁਰੂ ਦੀ ਬੰਦਗੀ ਦੇ ਨਾਲ, ਭਗਤੀ ਦੇ ਨਾਲ ਹੋਇਓ ਲਾਖੀਣਾ, ਪੂਜਣਯੋਗ ਹੋਇਆ। ਸਰਬ ਕਲਾ ਸਮਰੱਥ ਪਰਮਾਤਮਾ ਨੇ ਐਸੀ ਦਾਤ ਬਖਸ਼ੀ ਤੇ ਉਹ ਕਵੀ ਦੇ ਮੂੰਹੋਂ ਇਹ ਲਫ਼ਜ਼ ਨਿਕਲੇ, ਉਹ ਕਹਿੰਦਾ ਪਤਾ ਨਹੀਂ ਮੈਨੂੰ ਕਿਸ ਨੇ, ਮਨੁੱਖ ਨੇ ਐਸੇ ਭਗਤ ਨੂੰ ਅੱਧੀ ਦਾਮ ਦਾ ਲਿਖ ਦਿੱਤਾ। ਉਹਨੇ ਗੁਰੂ ਤੇ ਸ਼ੰਕਾ ਕਰ ਦਿੱਤੀ। ਵਿਦਵਾਨ ਆਦਮੀ ਕਵੀ ਕਵਿਤਾ ਕਹਿ ਰਿਹਾ, ਪਰ ਕਵਿਤਾ ਕਹਿ ਰਿਹਾ ਭਗਤ ਨਾਮਦੇਵ ਦੇ ਉੱਪਰ, ਤੇ ਸ਼ੰਕਾ ਗੁਰਬਾਣੀ ਦੇ ਸ਼ਬਦ ਤੇ ਕਰ ਦਿੱਤੀ। ਹੋਈ ਅਣਜਾਣ ਪੁਣੇ ਵਿੱਚ, ਬਾਅਦ ਵਿੱਚ ਖਿਮਾ ਵੀ ਮੰਗੀ, ਪਰ ਉਹ ਗੱਲ ਵਾਪਸ ਨਹੀਂ ਆਉਂਦੀ। ਜਿਹੜੇ ਲਫ਼ਜ਼ ਵਰਤੇ ਗਏ ਨੇ ਇਹ ਨਹੀਂ ਸੋਚਿਆ ਕਿ ਲਫ਼ਜ਼ ਲਿਖੇ ਕਿੱਥੇ ਆ ਔਰ ਸਮਝਾਇਆ ਕਿਸ ਰੂਪ ਦੇ ਅੰਦਰ, ਇਹ ਸ਼ਬਦ ਲਿਖਿਆ ਕਿੱਥੇ ਆ ਔਰ ਕਿਸ ਨੇ ਉਚਾਰਿਆ, ਇਸ ਸ਼ਬਦ ਵੱਲ ਧਿਆਨ ਨਹੀਂ ਗਿਆ। ਵੱਡਾ ਵਿਦਵਾਨ ਕਵੀ, ਪਰ ਉਹਦੀ ਜ਼ੁਬਾਨ ਫਿਸਲ ਗਈ। ਉਹਨੇ ਐਸੇ ਸ਼ਬਦ ਜਿਹੜੇ ਕਹਿ ਦਿੱਤੇ, ਐਸੇ ਬੋਲ ਦਿੱਤੇ ਜਿਨ੍ਹਾਂ ਨਾਲ ਉਸ ਨੂੰ ਖੁਦ ਨੂੰ ਵੀ ਬਾਅਦ ਵਿੱਚ ਪਛਤਾਵਾ ਹੋਇਆ। ਸੋ ਵਾਹਿਗੁਰੂ ਦੀਆਂ ਦਾਤਾਂ ਨੇ, ਪਰਮਾਤਮਾ ਦੀਆਂ ਦਾਤਾਂ ਨੇ, ਕਿਸੇ ਗੱਲ ਦੀ ਹਉਮੈ, ਕਿਸੇ ਗੱਲ ਦਾ ਹੰਕਾਰ ਨਹੀਂ ਕਰਨਾ ਚਾਹੀਦਾ। 4 ਅੱਖਰ ਆਉਂਦੇ ਆ, ਉਹਦਾ ਹੰਕਾਰ ਨਹੀਂ। 4 ਸਿੱਕੇ ਆ ਕੋਲ, 4 ਰੁਪਏ ਆ, ਉਹਦਾ ਹੰਕਾਰ ਨਹੀਂ। ਜੇ ਕਿਸੇ ਵੀ ਚੀਜ਼ ਦਾ ਹੁਨਰ ਹੈ, ਉਸ ਦਾ ਵੀ ਹੰਕਾਰ ਨਹੀਂ ਮਨੁੱਖ ਨੂੰ। ਹਉਮੈ ਕਿਸੇ ਵੀ ਵਸਤੂ ਦੀ ਹੈ। ਇਹ ਤਾਂ ਮਾਨ ਮੁਨੀ ਮੁਨਵਰ ਗਲੇ, ਮਾਨ ਸਭੀ ਕੋ ਖਾਏ। ਗੁਰਬਾਣੀ ਦਾ ਬਚਨ ਹੈ ਕਿ ਹਉਮੈ ਹੰਕਾਰ ਨਹੀਂ ਕਰਨਾ, ਮਾਣ ਨਹੀਂ ਕਰਨਾ, ਸਦਾ ਨਿਮਰਤਾ ਵਿੱਚ ਰਹਿਣਾ, ਨਿਰਮਾਨਤਾ 'ਚ ਰਹਿਣਾ। ਕਿਉਂਕਿ ਨਿਵੈ ਸੋ ਗੌਰਾ ਹੋਏ। ਗੌਰਾ ਉਹੀ ਹੈ, ਭਾਰਾ ਉਹੀ ਹੈ ਜਿਹੜਾ ਨਿਭ ਕੇ ਚੱਲਦਾ, ਨਿਮਰਤਾ 'ਚ ਚੱਲਦਾ, ਨਿਰਮਾਨਤਾ ਦੇ ਹਰ ਜੀਉ ਨਿਮਾਣਿਆਂ ਤੋਂ ਮਾਣ। ਤੇ ਜਦੋਂ ਨਿਭ ਕੇ ਚੱਲਦਾ, ਨਿਮਾਣਾ ਬਣ ਕੇ, ਨਿਮਾਣਿਆਂ ਨੂੰ ਮਾਣ ਪਰਮਾਤਮਾ ਦਿੰਦਾ, ਵਾਹਿਗੁਰੂ ਅਕਾਲ ਪੁਰਖ ਦਿੰਦਾ। ਸਾਹਿਬ ਹੱਥ ਵਡਿਆਈਆਂ ਜਿਸ ਭਾਵੈ ਤਿਸ ਦੇ। ਉਹ ਵਾਹਿਗੁਰੂ ਅਕਾਲ ਪੁਰਖ ਉਹਨਾਂ ਨੂੰ ਵਡਿਆਈਆਂ ਬਖਸ਼ ਦਿੰਦਾ। ਤੇ ਖਿਆਲ ਕਰਨਾ ਗੁਰਮੁਖੋ, ਹਉਮੈ ਕਿਸੇ ਗੱਲ ਦੀ ਵੀ ਨਹੀਂ। ਹਉਮੈ ਜੇ ਜ਼ਿੰਦਗੀ ਦੇ ਅੰਦਰ ਕਿਸੇ ਵੀ ਗੱਲ ਦੀ ਹਉਮੈ ਜਾਂ ਹੰਕਾਰ ਕੀਤਾ ਤੇ ਉਹ ਮਾੜਾ ਹੀ ਮਾੜਾ ਨੁਕਸਾਨ ਕਰੇਗਾ। ਤੋ ਸਤਿਗੁਰ ਬਚਨ ਕਰਦੇ ਭਾਈ, ਉਸ ਵਾਹਿਗੁਰੂ ਦਾ ਸਿਮਰਨ ਕਰਕੇ ਇਹਨਾਂ ਚੀਜ਼ਾਂ ਦੇ ਉੱਤੇ ਜਿਹੜਾ ਕੰਟਰੋਲ ਕੀਤਾ ਜਾ ਸਕਦਾ, ਇਹਨਾਂ ਨੂੰ ਜਿੱਤਿਆ ਜਾ ਸਕਦਾ। ਜਿਨ੍ਹਾਂ ਨੇ ਉਸ ਵਾਹਿਗੁਰੂ ਦਾ ਰਾਗ ਕੀਤਾ, ਪ੍ਰੇਮ ਕੀਤਾ, ਸਿਮਰਨ ਕੀਤਾ, ਉਸ ਵਾਹਿਗੁਰੂ ਨੂੰ ਸਮਰਪਿਤ ਹੋ ਗਏ ਅਕਾਲ ਪੁਰਖ ਪਰਮਾਤਮਾ ਨੂੰ, ਉਹਨਾਂ ਨੇ ਇਹਨਾਂ 5 ਬੁਰਾਈਆਂ ਨੂੰ ਜਿੱਤਣਾ ਕੀਤਾ। ਜੀਤੇ 5 ਬੁਰਾਈਆਂ। ਉਹਨਾਂ ਨੇ ਇਹਨਾਂ ਬੁਰਾਈਆਂ ਤੇ ਕੰਟਰੋਲ ਕੀਤਾ, ਇਹਨਾਂ ਬੁਰਾਈਆਂ ਨੂੰ ਖਤਮ ਕਰ ਦਿੱਤਾ ਉਹਨਾਂ ਨੇ, ਜਿਨ੍ਹਾਂ ਨੇ ਵਾਹਿਗੁਰੂ ਦਾ ਸਿਮਰਨ ਕੀਤਾ। ਕਿਉਂਕਿ ਵਾਹਿਗੁਰੂ ਦੇ ਸਿਮਰਨ ਵਿੱਚ ਹੀ ਤਾਕਤ ਹੈ, ਪਰਮਾਤਮਾ ਦੇ ਨਾਮ ਵਿੱਚ ਹੀ ਤਾਕਤ ਹੈ, ਉਹਦੀ ਬੰਦਗੀ ਦੇ ਵਿੱਚ ਹੀ ਤਾਕਤ ਹੈ। ਤਾਂ ਹੀ ਸਤਿਗੁਰ ਨੇ ਸਿਮਰਨ ਵਾਲੇ ਪਾਸੇ ਜੋੜਿਆ ਕਿ ਭਾਈ ਇਸ ਸਿਮਰਨ ਤੋਂ ਬਿਨਾਂ, ਭਜਨ ਤੋਂ ਬਿਨਾਂ, ਬੰਦਗੀ ਤੋਂ ਬਿਨਾਂ ਤੇਰਾ ਛੁਟਕਾਰਾ ਹੀ ਨਹੀਂ ਹੋ ਸਕਦਾ। ਤੇ ਮਨੁੱਖਾ ਜਨਮ ਵੀ ਕਿਸੇ ਕੰਮ ਨਹੀਂ ਜੇ ਤੂੰ ਬੰਦਗੀ ਨਹੀਂ ਕਰਦਾ, ਭਗਤੀ ਨਹੀਂ ਕਰਦਾ। ਕਹਿ ਕਵੀ ਦਇਆ ਰਾਮ, ਰਾਮ ਕੇ ਭਜਨ ਬਿਨ ਮਾਨਸ ਕੀ ਦੇਹੀ ਕਿਸੇ ਕਾਮ ਨਹੀਂ ਆਈ। ਮਨੁੱਖਾ ਸਰੀਰ ਕਿਸੇ ਕੰਮ ਨਹੀਂ ਆਉਂਦਾ। ਉਹ ਵਾਹਿਗੁਰੂ ਦੀ ਬੰਦਗੀ ਕਰ। ਸੋ ਗੁਰਮੁਖੋ, ਜ਼ਿੰਦਗੀ ਦੇ ਅੰਦਰ ਸਿਮਰਨ ਕਰਨਾ, ਨਿਤਨੇਮ ਕਰਨਾ। ਕਈ ਵਾਰ ਐਸੀਆਂ ਵਿਚਾਰਾਂ ਵੀ ਸਾਹਮਣੇ ਆਉਂਦੀਆਂ, ਰੋਜ਼ਾਨਾ ਨਿਤਨੇਮ ਦੀ ਲੋੜ, ਰੋਜ਼ਾਨਾ ਭਜਨ ਸਿਮਰਨ ਦੀ ਲੋੜ। ਰੋਜ਼ਾਨਾ ਕੀ ਲੋੜ ਹੈ? ਜਿਸ ਤਰ੍ਹਾਂ ਸਰੀਰ ਨੂੰ ਰੋਜ਼ਾਨਾ ਗੁਰਮੁਖ ਪਿਆਰਿਓ ਤਨ ਦੀ ਖੁਰਾਕ ਭੋਜਨ ਚਾਹੀਦਾ। ਸਰੀਰ ਨੂੰ ਤੰਦਰੁਸਤ ਰੱਖਣ ਵਾਸਤੇ ਰੋਜ਼ਾਨਾ ਭੋਜਨ ਦੀ ਲੋੜ ਹੈ, ਪਦਾਰਥ ਦੀ ਲੋੜ ਹੈ, ਤਾਂ ਹੀ ਸਰੀਰ ਤੰਦਰੁਸਤ ਰਹਿੰਦਾ। ਔਰ ਜੇ ਆਤਮਾ ਨੂੰ ਗੁਰਮੁਖ ਪਿਆਰਿਓ ਰੂਹਾਨੀਅਤ ਤੌਰ, ਅਧਿਆਤਮਿਕ ਤੌਰ ਤੇ ਤੰਦਰੁਸਤ ਰਹਿਣਾ, ਆਤਮਾ ਨੂੰ ਬਲਵਾਨ ਕਰਨਾ, ਤੇ ਵਾਹਿਗੁਰੂ ਦੇ ਭਜਨ ਦੀ ਲੋੜ, ਬੰਦਗੀ ਦੀ ਲੋੜ, ਸਿਮਰਨ ਦੀ ਲੋੜ ਹੈ। ਔਰ ਜਿਨ੍ਹਾਂ ਨੇ ਵਾਹਿਗੁਰੂ ਦੀ ਬੰਦਗੀ, ਭਗਤੀ, ਸਿਮਰਨ ਕੀਤਾ, ਉਹ ਕਿੰਨੇ ਬਲਵਾਨ ਹੋਏ। ਆਤਮਾ ਬਲਵਾਨ, ਰੂਹਾਨੀਅਤ ਤੌਰ ਤੇ, ਅਧਿਆਤਮਿਕ ਤੌਰ ਤੇ। ਉਹਨਾਂ ਗੁਰਸਿੱਖਾਂ ਮਹਾਂਪੁਰਸ਼ਾਂ ਦਾ ਜੀਵਨ ਅਸੀਂ ਪੜ੍ਹਦੇ ਹਾਂ, ਭਾਈ ਗੋਂਦਾ ਜੀ ਦਾ ਜੀਵਨ ਅਸੀਂ ਪੜ੍ਹਦੇ ਹਾਂ ਕਿ ਉਹ ਕਿੰਨੇ ਬਲਵਾਨ ਹੋ ਗਏ ਰੂਹਾਨੀਅਤ, ਅਧਿਆਤਮ ਦੇ ਵਿੱਚ, ਸਿਮਰਨ ਦੇ ਵਿੱਚ, ਕਿ ਆਪਣੇ ਘਰ ਬੈਠੇ ਹੀ ਗੁਰਮੁਖ ਪਿਆਰਿਓ ਸਮਾਧੀ ਸਥਿਤ ਹੋਏ। ਧਿਆਨ ਦੁਆਰਾ ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ ਦੇ ਚਰਨ ਪਕੜ ਲਏ।
ਚਰਨਾਂ ਨਾਲ ਪ੍ਰੀਤੀ ਆਪਣੇ ਘਰ ਬੈਠਿਆਂ ਹੀ, ਸੈਂਕੜੇ ਕੋਹਾਂ ਦਾ ਗੁਰਮੁਖ ਪਿਆਰਿਓ ਫਾਸਲਾ, ਸੈਂਕੜੇ ਕੋਹਾਂ ਦੀ ਦੂਰੀ, ਕੀਰਤਪੁਰ ਸਾਹਿਬ ਦੀ ਧਰਤੀ ਤੇ ਬੈਠੇ ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ ਧਿਆਨ ਦੁਆਰਾ ਸਿਮਰਨ ਦੁਆਰਾ ਉਹਨਾਂ ਦੇ ਚਰਨਾਂ ਨੂੰ ਫੜ ਲਿਆ। ਸਤਿਗੁਰ ਸੱਚੇ ਪਾਤਸ਼ਾਹ ਦੀਵਾਨ ਦੀ ਸਮਾਪਤੀ ਤੋਂ ਬਾਅਦ ਵੀ ਆਪਣੇ ਸਿੰਘਾਸਨ ਤੋਂ ਉੱਠ ਕੇ ਖੜੇ ਨਾ ਹੋਏ। ਤੇ ਜਦੋਂ ਕਾਰਨ ਪੁੱਛਿਆ, ਸਾਖੀ ਅਸੀਂ ਸਾਰੇ ਪੜ੍ਹਦੇ ਸੁਣਦੇ ਰਹਿੰਦੇ ਆ, ਤੇ ਸਤਿਗੁਰੂ ਨੇ ਆਖਿਆ ਭਾਈ ਸਿੱਖ ਨੇ ਚਰਨ ਪਕੜ ਲਏ ਧਿਆਨ ਦੇ ਵਿੱਚ, ਸਿਮਰਨ ਦੇ ਅੰਦਰ। ਧਿਆਨ ਦੀ ਤਾਕਤ, ਸਿਮਰਨ ਦੀ ਤਾਕਤ, ਜਿਵੇਂ ਸਤਿਗੁਰ ਬਚਨ ਕਰਦੇ, ਉੱਡੇ ਉਡਾਵੇ ਸੈ ਕੋਸਾ, ਤਿਸ ਪਾਸੈ ਬਚਰੇ ਸ਼ਰਿਆ, ਤਿਨ ਕਵਣ ਖਿਲਾਵੇ ਕਵਣ ਚੁਗਾਵੇ, ਮਨ ਮੈਂ ਸਿਮਰਨ ਕਰਿਆ। ਸਿਮਰਨ ਦੀ ਤਾਕਤ, ਆਰਾਧਨਾ ਦੀ ਤਾਕਤ, ਬੰਦਗੀ ਦੀ ਤਾਕਤ। ਤੇ ਉਹਨਾਂ ਗੁਰਸਿੱਖਾਂ ਰੂਹਾਨੀਅਤ ਤੌਰ ਤੇ ਇੰਨੇ ਬਲਵਾਨ, ਅਧਿਆਤਮਿਕ ਤੌਰ ਤੇ ਇੰਨੇ ਬਲਵਾਨ ਹੋਏ ਕਿ ਗੁਰੂ ਦੇ ਚਰਨ ਧਿਆਨ ਵਿੱਚ ਫੜ ਲਏ। ਸੋ ਇਹ ਵਾਹਿਗੁਰੂ ਦਾ ਸਿਮਰਨ ਹੀ ਹੈ, ਭਜਨ ਹੈ, ਵਾਹਿਗੁਰੂ ਦਾ ਨਾਮ ਹੈ, ਜਿਹਦੇ ਵਿੱਚ ਏਡੀ ਵੱਡੀ ਤਾਕਤ ਹੈ। ਸਾਰੀ ਗੁਰਬਾਣੀ ਦੇ ਅੰਦਰ ਨਾਮ ਸਿਮਰਨ ਦਾ ਹੀ ਜ਼ਿਕਰ ਹੈ। ਨਾਮ ਸਿਮਰਨ ਦੇ ਬਾਬਤ ਹੀ ਕਿ ਉਸ ਵਾਹਿਗੁਰੂ ਦਾ ਨਾਮ ਸਿਮਰਨ। ਹੱਥ ਪਾਉ ਕਰ ਕਾਮ ਸਭ ਚੀਤ ਨਰੰਜਨ ਨਾਲ, ਜੇ ਤੂੰ ਕੰਮ ਕਾਰ ਕਰਦਾ ਹੱਥਾਂ ਪੈਰਾਂ ਨਾਲ ਤਾਂ ਵੀ ਉਹਦਾ ਸਿਮਰਨ ਕਰ। ਗੁਰਮੁਖ ਰੋਮ ਰੋਮ ਹਰ ਧਿਆਵੈ ਵਰਗੀ ਅਵਸਥਾ ਬਣਾ। ਉਸ ਵਾਹਿਗੁਰੂ ਦਾ ਸਿਮਰਨ, ਉਹਦੀ ਬੰਦਗੀ, ਉਹਦਾ ਭਜਨ ਕਰ। ਉਹਦੇ ਨਾਲ ਹੀ ਜ਼ਿੰਦਗੀ ਦਾ ਛੁਟਕਾਰਾ, ਉਹਦੇ ਨਾਲ ਹੀ ਇਹ ਜੀਵਨ ਦਾ ਮੁੱਲ ਪੈਣਾ, ਉਹ ਸ਼ਬਦ ਦੀ ਆਰਾਧਨਾ ਦੇ ਨਾਲ। ਹੋਰ ਜਿੰਨੇ ਮਰਜ਼ੀ ਭਾਵੇਂ ਯਤਨ ਕਰ ਲੈ। ਗੁਰੂ ਅਰਜਨ ਦੇਵ ਮਹਾਰਾਜ ਦਾ ਹੀ ਬਚਨ ਸੁਖਮਨੀ ਸਾਹਿਬ ਦੇ ਅੰਦਰ ਅਸੀਂ ਪੜ੍ਹਦੇ ਹਾਂ ਕਿ ਅਨਕ ਪੁਨਹ ਚਰਨ ਕਰਤ ਨਹੀਂ ਤਰੈ। ਹੋਰ ਜਿੰਨੇ ਮਰਜ਼ੀ ਪੁਨਹ ਆਚਰਣ ਕਰ ਲੈ, ਹੋਰ ਜਿੰਨੇ ਮਰਜ਼ੀ ਕਰਮ ਕਾਂਡ ਕਰ ਲੈ, ਹੋਰ ਜਿੰਨੇ ਮਰਜ਼ੀ ਕਾਰ ਵਿਹਾਰ, ਪਰ ਤੇਰਾ ਸੰਸਾਰ ਤੋਂ ਪਾਰ ਉਤਾਰਾ ਨਹੀਂ ਹੋਣਾ। 84 ਦਾ ਚੱਕਰ ਨਹੀਂ ਮੁੱਕਣਾ ਉਸ ਭਜਨ ਤੋਂ ਬਿਨਾ, ਬੰਦਗੀ ਤੋਂ ਬਿਨਾ। ਤਾਂ ਹੀ ਸਤਿਗੁਰਾਂ ਨੇ ਬਚਨ ਕੀਤੇ, ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੈ ਦੁੱਖ, ਦੇਹੋ ਨਾਮ ਸੰਤੋਖੀਆ, ਉਤਰੈ ਮਨ ਕੀ ਭੁੱਖ। ਉਸ ਵਾਹਿਗੁਰੂ ਦੇ ਨਾਮ ਦੇ ਨਾਲ ਹੀ, ਨਾਮ ਦੀ ਤਾਕਤ ਹੈ। ਨਾਮ ਸੰਗ ਮਨ ਪ੍ਰੀਤ ਨਾ ਲਾਵੈ, ਕੋਟ ਕਰਮ ਕਰ ਤੋ ਨਰਕ ਜਾਵੈ। ਜੇ ਨਾਮ ਨਾਲ, ਬੰਦਗੀ ਨਾਲ, ਆਰਾਧਨਾ ਨਾਲ ਪ੍ਰੀਤੀ ਨਹੀਂ ਹੈ, ਸਿਮਰਨ ਦੇ ਨਾਲ ਉਸ ਵਾਹਿਗੁਰੂ ਦੇ ਸ਼ਬਦ ਨੂੰ ਆਰਾਧਿਆ ਨਹੀਂ, ਆਰਾਧਨਾ ਨਹੀਂ ਕੀਤੀ, ਤਾਂ ਫਿਰ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਭਾਵੇਂ ਕਰੋੜਾਂ ਕਰਮ ਕਰ ਲੈ ਹੋਰ, ਨਰਕਾਂ ਦਾ ਭਾਗੀ ਬਣੇਗਾ। ਨਾਮ ਸੰਗ ਮਨ ਪ੍ਰੀਤ ਨਾ ਲਾਵੈ, ਕੋਟ ਕਰਮ ਕਰ ਤੋ ਨਰਕ ਜਾਵੈ। ਨਰਕਾਂ ਦਾ ਭਾਗੀ ਕਰੋੜਾਂ ਕਰਮ ਕਰਦਾ ਹੋਇਆ ਵੀ ਉਹ ਵਾਹਿਗੁਰੂ ਤੋਂ ਬਿਨਾ, ਉਸ ਦੇ ਸਿਮਰਨ ਤੋਂ ਬਿਨਾ, ਭਜਨ ਤੋਂ ਬਿਨਾ, ਨਾਮ ਤੋਂ ਬਿਨਾ। ਤੇ ਜਦੋਂ ਨਾਮ ਨਾਲ ਪ੍ਰੀਤੀ ਹੈ, ਗੁਰ ਕਾ ਸ਼ਬਦ ਕਾਟੈ ਕੋਟ ਕਰਮ। ਗੁਰੂ ਦਾ ਸ਼ਬਦ ਜਿਹੜਾ ਪਰਮਾਤਮਾ ਦਾ ਨਾਮ, ਉਹ ਕਰੋੜਾਂ ਕਰਮਾਂ ਨੂੰ ਨਾਸ ਕਰਨ ਦੇ ਸਮਰੱਥ ਹੈ। ਕਰੋੜਾਂ ਤੇਰੇ ਮਾੜੇ ਕਰਮਾਂ ਨੂੰ ਨਾਸ ਕਰ ਦਿੰਦਾ ਪਰਮਾਤਮਾ। ਜਿਵੇਂ ਲੱਖਾਂ ਮਣ ਲੱਕੜਾਂ ਹੋਣ ਤੇ ਉਹਨਾਂ ਨੂੰ ਗੁਰਮੁਖ ਪਿਆਰਿਓ ਸਾੜ ਕੇ ਸਵਾਹ ਕਰਨ ਵਾਸਤੇ ਲੱਖਾਂ ਮਣ ਅੱਗ ਦੀ ਲੋੜ ਨਹੀਂ ਹੈ। ਲੱਖਾਂ ਮਣ ਲੱਕੜਾਂ ਨੂੰ ਸਾੜ ਕੇ ਸਵਾਹ ਕਰਨਾ ਤੇ ਲੱਖਾਂ ਮਣ ਅਗਨੀ ਦੀ ਲੋੜ ਨਹੀਂ। ਇੱਕ ਚਿੰਗਾਰੀ ਮਾਤਰ, ਇੱਕ ਰੱਤੀ ਮਾਤਰ, ਇੱਕ ਰੱਤੀ ਲੈ ਭਾਹੇ, ਇੱਕ ਰੱਤੀ ਮਾਤਰ, ਇੱਕ ਛੋਟਾ ਜਿਹਾ ਇੱਕ ਅੱਗ ਦਾ ਜਿਹੜਾ ਕਿਣਕਾ ਹੈ, ਉਹ ਵੀ ਲੱਖਾਂ ਮਣ ਲੱਕੜਾਂ ਨੂੰ ਸਾੜ ਕੇ ਸਵਾਹ ਕਰ ਦਿੰਦਾ। ਇਸੇ ਤਰ੍ਹਾਂ ਪਰਮਾਤਮਾ ਦਾ ਇੱਕ ਰੱਤੀ ਮਾਤਰ ਨਾਮ ਜਿਹੜਾ, ਤਾਂ ਹੀ ਸਤਿਗੁਰਾਂ ਆਖਿਆ ਦੇ ਨਾਵੈ ਏਕ ਕਣੀ। ਇੱਕ ਕਣੀ ਪਰਮਾਤਮਾ ਦੇ ਨਾਮ ਦੀ ਤੇਰੇ ਲੱਖਾਂ ਤੇ ਕਰੋੜਾਂ ਮਾੜੇ ਕਰਮਾਂ, ਜਨਮਾਂ ਜਨਮਾਂਤਰਾਂ ਦੇ ਮਾੜੇ ਕਰਮਾਂ ਨੂੰ, ਜੋ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੁਆ ਸਿਆਹ, ਖਨਲੀ ਧੋਤੀ ਉਜਲੀ ਨਾ ਹੋਵੇ, ਜੇ ਸੋ ਧੋਵਣ ਪਾ। ਜਿਸ ਤਰ੍ਹਾਂ ਕੋਲੂ ਦੀ ਲੀਰ ਆਏ ਗੇੜੇ ਗੰਦੀ ਹੋ ਜਾਂਦੀ, ਭਾਵੇਂ ਕਿੰਨੀ ਧੋ ਬਣਾ ਸਵਾਰ ਕੇ ਉਸ ਨੂੰ ਲਾਇਆ ਜਾਵੇ, ਪਰ ਜਦੋਂ ਕੋਲੂ ਚੱਲਦਾ ਤੇ ਉਸ ਵੇਲੇ ਕੋਲੂ ਦੇ ਨਾਲ ਉਹ ਆਏ ਗੇੜੇ ਜਿਹੜੀ ਹੈ ਫਿਰ ਮਲੀਨ ਹੋ ਜਾਂਦੀ। ਇਸੇ ਤਰ੍ਹਾਂ ਜਨਮਾਂ ਜਨਮਾਂਤਰਾਂ ਦੇ ਵਿੱਚ ਜਨਮ ਜਨਮ ਕੋਈ ਇਸ ਮਨ ਕੋ ਮਲ ਲਾਗੀ, ਕਾਲਾ ਹੁਆ ਸਿਆਹ, ਕਾਲਾ ਸਿਆਹ ਹੋਇਆ ਪਿਆ ਮਾੜੇ ਕਰਮਾਂ ਦੇ ਨਾਲ। ਪਰ ਪਰਮਾਤਮਾ ਦਾ ਨਾਮ ਹੀ ਹੈ ਜਿਹੜਾ ਉਜਲਾ ਕਰਦਾ। ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਉਹਨਾਂ ਦੇ ਮੁਖ ਉਜਲੇ ਆ, ਉਹਨਾਂ ਦੀ ਆਤਮਾ ਉਜਲੀ ਹੋ ਜਾਂਦੀ ਹੈ, ਸਫੈਦ ਹੋ ਜਾਂਦੀ ਹੈ, ਪਾਪ ਕਰਮਾਂ ਦੀ ਮਲ ਲੈ ਜਾਂਦੀ, ਕਾਲਖ ਲੈ ਜਾਂਦੀ ਹੈ ਵਾਹਿਗੁਰੂ ਦੇ ਨਾਮ ਦੇ ਨਾਲ, ਬੰਦਗੀ ਦੇ ਨਾਲ, ਭਜਨ ਦੇ ਨਾਲ। ਤਾਂ ਹੀ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਸ਼ਬਦ ਦੀ ਆਰਾਧਨਾ, ਭਜਨ ਬੰਦਗੀ, ਨਾਮ ਸਿਮਰਨ ਵੱਲ ਪ੍ਰੇਰਿਆ। ਤੇ ਮਹਾਂਪੁਰਸ਼ ਗੁਰਸਿੱਖ ਪਿਆਰੇ ਤਾਂ ਹੀ ਸਾਨੂੰ ਨਾਮ ਵਾਲੇ ਪਾਸੇ ਪ੍ਰੇਰਦੇ ਆ। ਕਬੀਰ ਸੇਵਾ ਕੋ ਦੋਏ ਭਲੇ, ਏਕ ਸੰਤ ਇੱਕ ਰਾਮ,
राम जो दाता मुक्त को संत जपावे नाम। मुक्ति का दाता परमात्मा है, ते जिहड़ा साधु संत महात्मा गुरसिख ਉਹ नाम जपाउंदा, नाम नाल जोड़दा। नाम दिंदा नहीं, देवै नाम नहीं, जपावै नाम, जपाउंदा, ਕੰਨ 'ਚ ਫੂਕ नहीं मारदा। ਉਹ परमात्मा ਦੇ ਨਾਂ ਜੋ ਸਾਨੂੰ ਪੰਜ ਪਿਆਰੇ ਸਾਹਿਬਾਨ मूल मंत्र गुर मंत्र बख्शदे आ, ਉਹਦਾ सिमरन ਕਰਵਾਉਂਦਾ। ਉਹਦੀ ਡਿਊਟੀ परमात्मा ਦੇ ਵੱਲੋਂ ਨਾਮ ਜਪਾਉਣ ਦੀ। ਉਹ ਜਪਦਾ ਤੇ ਜਪਾਉਂਦਾ, ਆਪ ਜਪੈ ਅਵਰਹ ਨਾਮ ਜਪਾਵੈ। ਇਹ ਗੁਰਸਿੱਖ ਦੀਆਂ ਸਾਧੂ ਸਤਪੁਰਖ ਦੀਆਂ ਨਿਸ਼ਾਨੀਆਂ ਨੇ ਕਿ ਉਹਨੇ ਆਪ ਜਪਣਾ ਤੇ ਜਪਾਉਣਾ। ਇਹ ਡਿਊਟੀਆਂ ਨੇ। ਜਿੰਨੇ ਮਹਾਪੁਰਸ਼ ਗੁਰਸਿੱਖ ਹੋਏ ਉਹਨਾਂ ਜਪਿਆ ਤੇ ਜਪਾਇਆ ਤੇ ਸਾਡੇ ਲਈ ਪੂਜਣ ਯੋਗ ਹੋ ਗਏ। ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ। ਜਿਨ੍ਹਾਂ ਨੇ ਸਤਿਗੁਰ ਨੂੰ ਪੂਜਿਆ, ਭਾਵ ਉਹਦਾ ਸਿਮਰਨ ਕੀਤਾ, ਉਹਦੇ ਹੁਕਮ ਵਿੱਚ ਚੱਲੇ, ਉਹ ਸਾਡੇ ਲਈ ਪੂਜਣ ਯੋਗ ਹੋ ਗਏ। ਪੰਥ ਰਤਨ ਮਹਾਪੁਰਸ਼ ਬਾਬਾ ਹਰਬੰਸ ਸਿੰਘ ਜੀ ਕਾਰ ਸਿਵਾ ਦਿੱਲੀ ਵਾਲੇ, ਜਿਨ੍ਹਾਂ ਨੇ ਅਨੇਕਾਂ ਗੁਰਦੁਆਰਿਆਂ ਗੁਰਧਾਮਾਂ ਦੀਆਂ ਕਾਰ ਸੇਵਾਵਾਂ ਕਰਾਈਆਂ। ਕਿਤਨੇ ਹੋਰ ਕਾਰ ਸੇਵਾ ਵਾਲੇ ਮਹਾਪੁਰਖ ਨਾਲੇ ਸੇਵਾ ਕਰਨੀ, ਸਿਮਰਨ ਕਰਨਾ। ਜਿੱਥੇ ਜਾਣਾ ਸਤਿਨਾਮ ਵਾਹਿਗੁਰੂ ਦਾ ਜਾਪ, ਬਸ ਸਤਿਨਾਮ ਵਾਹਿਗੁਰੂ ਦਾ ਜਾਪ, ਕਿ ਵਾਹਿਗੁਰੂ ਦਾ ਸਿਮਰਨ ਕਰੋ। ਆਪ ਵੀ ਕਰਨਾ, ਸੰਗਤਾਂ ਨੂੰ ਵੀ ਕਰਾਉਣਾ। ਔਰ ਜਿਤਨੇ ਵੀ ਮਹਾਪੁਰਸ਼ ਆ ਔਰ ਜਿਤਨੇ ਵੀ ਗੁਰਮੁਖ ਪਿਆਰਿਓ ਸਤਿਗੁਰ ਦੇ ਬਾਣੀ ਦੇ ਕਥਾਵਾਚਕ ਗਿਆਨੀ ਸਿੰਘ ਸਾਨੂੰ ਇਹੀ ਸਮਝਾਉਂਦੇ, ਗੁਰੂ ਦੇ ਬਚਨਾਂ ਦੀ ਜਦੋਂ ਵਿਆਖਿਆ ਹੁੰਦੀ ਹੈ ਤੇ ਵਿਦਵਾਨ ਛੋਟੇ ਤੋਂ ਛੋਟਾ, ਵੱਡੇ ਤੋਂ ਵੱਡਾ ਵਿਦਵਾਨ ਜਦੋਂ ਗੁਰਬਾਣੀ ਦੇ ਅਰਥ ਸਾਨੂੰ ਸਮਝਾਉਂਦਾ ਤੇ ਇਹੀ ਭਜਨ ਤੇ ਬੰਦਗੀ ਤਤ ਸਾਰ ਜਿਹੜਾ ਗੁਰਬਾਣੀ ਦਾ ਨਿਚੋੜ ਸਿਮਰਨ, ਉਸ ਵਾਹਿਗੁਰੂ ਦੀ ਬੰਦਗੀ ਕਰਨੀ, ਨਾਮ ਦੀ ਮਹਿਮਾ। ਤੇ ਕਲਯੁਗ ਦੇ ਅੰਦਰ ਤੇ ਹੈ ਵੀ ਪਰਮਾਤਮਾ ਦੇ ਨਾਮ ਦੀ। ਕਲ ਮੈਂ ਕਰਮ ਧਰਮ ਨਹੀਂ ਕੋਈ, ਕਲੀ ਕਾ ਜਨਮ ਚੰਡਾਲ ਕੈ ਘਰ ਹੋਈ, ਨਾਨਕ ਨਾਮ ਬਿਨਾ ਕੋ ਮੁਕਤ ਨਾ ਹੋਈ। ਸਤਯੁਗ ਦੇ ਅੰਦਰ ਸਤ ਦੀ ਗੱਲ, ਤ੍ਰੇਤੇ ਦੇ ਅੰਦਰ ਜੱਗਾਂ ਦੀ ਗੱਲ, ਦੁਆਪਰ ਚ ਪੂਜਾ ਅਰਚਾ ਦੀ ਗੱਲ, ਪਰ ਕਲਯੁਗ ਦੇ ਅੰਦਰ ਤੇ ਪਰਮਾਤਮਾ ਦਾ ਨਾਮ। ਸਤਯੁਗ ਸਤ, ਤ੍ਰੇਤਾ ਜਗੀ, ਦੁਆਪਰ ਪੂਜਾ ਚਾਰ, तीनों युग तीनों दड़े कल केवल नाम आधार। केवल नाम का आधार, नाम का आसरा। तो सतगुर सच्चे पातशाह बचन कर रहे भाई, कलयुग के अंदर वो परमात्मा के नाम की महिमा, नाम के नाल ही पार उतारा होना। होर जिन्ने मर्जी अनक पुनः चारना, होर जिन्ने मर्जी कर्म कांड पुनः आचरण कर लै, तेरा भला नहीं होना, पार उतारा नहीं होना। अब कलू आयो रेक नाम बुभ बुभ, अन रुत नाही नाही मत भरम भूलो भूलो। सतगुर बचन करदे कलयुग का समय नाम बीजण दी रोते है। असी जिहड़े खेतियां नाल जुड़े होए, किसानी नाल जुड़े होए आ, असी अपने खेतां दे अंदर देखदे रोते आई, जिस बीज दी रोते आ वो बीज बीजदे आ। ते जदों रुत आउंदी है, जदों साडी जमीन जिहड़ी है गुरमुख प्यारिओ, उस वेले असी उहनूं बीजदे आ ते फिर वो जिहड़ा बीज बीजदे वो उगदा, ਵੱਧਦਾ, ਫੁੱਲਦਾ, ਝਾੜ ਪ੍ਰਾਪਤ ਕਰਦੇ, ਲਾਭ ਹੁੰਦਾ। ਤੇ ਸਤਿਗੁਰ ਕਹਿੰਦੇ ਕਲਯੁਗ ਦਾ ਸਮਾਂ ਨਾਮ ਬੀਜਣ ਦੀ ਰੋਤੇ ਆ। ਕਲਯੁਗ ਦੇ ਅੰਦਰ ਨਾਮ ਦੀ ਖੇਤੀ ਕਰ। ਮਨ ਹਾਲੀ ਕਰਸਾਣੀ ਕਰਨੀ, ਸਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਭਾਉ ਕਰਮ ਕਰ ਜਮ ਸੀ ਸੇ ਕਰ ਭਾਗਠ ਦੇਖ। ਨਾਮ ਦੀ ਖੇਤੀ ਬੀਜਣਾ ਕਰ, ਨਾਮ ਦੀ ਹੱਟ ਕਰ, ਨਾਮ ਦਾ ਵਪਾਰ ਕਰ, ਨਾਮ ਦੀ ਨੌਕਰੀ ਚਾਕਰੀ। ਇਹ ਸਾਰਾ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਇਸ ਪਾਵਨ ਸ਼ਬਦ ਦੇ ਅੰਦਰ ਉਪਦੇਸ਼ ਬਖਸ਼ਿਆ ਕਿ ਹਾਣ ਹੱਟ ਕਰ ਆਰਜਾ ਸੱਚ, ਨਾਮ ਕਰ ਵਥ, ਸੁਰਤ ਸੋਚ ਕਰ ਭਾਣ ਸਾਲ, ਤਿਸ ਵਿੱਚ ਤਿਸ ਨੂੰ ਰੱਖ, ਵਣ ਜਾ ਰਿਆਂ ਸਿਓ ਵਣਜ ਕਰ ਲੈ ਲਾਹਾ ਮਨ ਹੱਸ। ਉਸ ਪਰਮਾਤਮਾ ਦੇ ਨਾਮ ਦਾ ਲਾਹਾ ਲੈ। ਪ੍ਰਾਣੀ ਤੂੰ ਆਇਓ ਲਾਹਾ ਲੈਣ, ਆਇਆ ਹੀ ਉਸ ਦੇ ਨਾਮ ਦਾ ਲਾਹਾ ਲੈਣ। ਨਾ ਖਾਣ ਪੀਣ ਦਾ ਲਾਹਾ, ਨਾ ਪਹਿਨਣ ਦਾ ਲਾਹਾ, ਨਾ ਭੋਗਣ ਦਾ ਲਾਹਾ। ਇਸ ਵਾਸਤੇ ਮਨੁੱਖਾ ਜਨਮ ਨਹੀਂ ਮਿਲਿਆ, ਇਹ ਤਾਂ ਉਸ ਨਾਮ ਦਾ ਲਾਹਾ। ਪ੍ਰਾਣੀ ਤੂੰ ਆਇਓ ਲਾਹਾ ਲੈਣ, ਲੱਗਾ ਕਿਤ ਕੁ ਫਕੜੇ ਸਭ ਮੁਕਦੀ ਚੱਲੀ ਰਹਿਣ। ਉਮਰ ਰੂਪੀ ਰਾਤ ਮੁਕਦੀ ਜਾ ਰਹੀ ਹੈ, ਦਿਨ ਤੇ ਰਾਤ ਰੂਪੀ ਕਾਲਾ ਤੇ ਚਿੱਟਾ ਚੂਹਾ ਇਸ ਉਮਰ ਰੂਪੀ ਰੱਸੀ ਨੂੰ ਕੱਟੀ ਜਾ ਰਹੇ ਆ। ਦਿਨ ਤੇ ਪਹਿਰ, ਪਹਿਰ ਤੇ ਘੜੀਆਂ ਆਵ ਘਟੈ ਤਨ ਸੀਜੈ, ਕਾਲ ਅਹੇਰੀ ਫਿਰੈ ਬਦਕ ਜੋ ਕਹੋ ਕਵਣ ਬਿਦ ਕੀਜੈ। ਦਿਨ ਤੇ ਰਾਤ ਕਰਕੇ, ਘੜੀ ਪਲ ਕਰਕੇ ਸਮਾਂ ਲੰਘਦਾ ਜਾ ਰਿਹਾ। ਜਿਹੜਾ ਹੁਣ ਸਮਾਂ ਲੰਘਿਆ ਏ ਗੁਰਮੁਖ ਪਿਆਰਿਓ, ਥੋੜੇ ਚਿਰ ਬਾਅਦ ਹੱਥ ਨਹੀਂ ਆਉਣਾ। ਜਿਹੜਾ ਕੱਲ ਲੰਘਿਆ ਉਹ ਅੱਜ ਹੱਥ ਨਹੀਂ ਆਉਣਾ। ਜਿਹੜਾ ਅੱਜ ਲੰਘਿਆ
ਉਹ ਕੱਲ ਨੂੰ ਹੱਥ ਨਹੀਂ ਆਉਣਾ। ਰਹੀ ਵਾਸਤੇ ਘਾਤ ਸਮੇਂ ਨੇ ਇੱਕ ਨਾ ਮੰਨੀ, ਮੈਂ ਫੜ ਫੜ ਰਹੀ ਧਰੀਕ ਸਮੇਂ ਖਿਸਕਾਈ ਕਰਨੀ। ਸਮਾਂ ਰੁਕਦਾ ਹੀ ਨਹੀਂ ਹੈ, ਸਮਾਂ ਆਪਣੀ ਚਾਲੇ ਚੱਲਦਾ ਜਾ ਰਿਹਾ। ਸਵਾਸ ਜਿਹੜੇ ਆ ਮੁੱਕਦੇ ਜਾ ਰਹੇ ਜਿੰਨੇ ਪਰਮਾਤਮਾ ਨੇ ਬਖਸ਼ੇ ਆ। ਤੇ ਸਤਿਗੁਰ ਕਹਿੰਦੇ ਇਹਨਾਂ ਸਵਾਸਾਂ ਨੂੰ ਸਫਲ ਕਰ ਲੈ। ਪ੍ਰਾਣੀ ਤੂੰ ਆਇਓ ਲਾਹਾ ਲੈਣ, ਤੂੰ ਲਾਹਾ ਲੈਣ ਆਇਆ, ਤੇਰਾ ਹਰ ਸਵਾਸ ਸਫਲਾ ਹੋਵੇ। ਤੇ ਸਵਾਸ ਸਫਲਾ ਕਿਵੇਂ ਹੋਵੇਗਾ ਉਹ ਵੀ ਸਤਿਗੁਰਾਂ ਦੱਸਿਆ, ਸਾਥ ਸਾਥ ਸਿਮਰੋ ਗੋਬਿੰਦ। ਤੇਰੇ ਹਰ ਸਾਹ ਦੇ ਨਾਲ ਉਸ ਪਰਮਾਤਮਾ ਦਾ ਨਾਮ ਹੋਵੇ, ਅੱਲਾ ਵਾਹਿਗੁਰੂ ਖੁਦਾ ਰਾਮ ਦਾ ਨਾਮ ਹੋਵੇ। ਤੇਰੇ ਹਰ ਸਾਸ ਗਰਾਸ ਉਸ ਪਰਮਾਤਮਾ ਦਾ ਨਾਮ ਜਪ, ਸਵਾਸ ਸਵਾਸ ਉਸ ਵਾਹਿਗੁਰੂ ਦਾ ਸਿਮਰਨ ਕਰ। ਔਰ ਇਹ ਵੀ ਨਹੀਂ ਹੈ ਕਿ ਸਾਰਾ ਕੁਝ ਕੰਮਕਾਰ ਛੱਡ ਕੇ ਹੀ ਵਾਹਿਗੁਰੂ ਦੀ ਬੰਦਗੀ ਹੋ ਸਕਦੀ ਹੈ। ਪਹਾੜਾਂ ਦੀਆਂ ਕੰਦਰਾਂ 'ਚ ਜਾ ਕੇ, ਪਰਬਤਾਂ ਦੀਆਂ ਚੋਟੀਆਂ ਤੇ ਜਾ ਕੇ, ਉਜਾੜ ਬੀਆਬਾਨਾਂ 'ਚ ਜਾ ਕੇ ਬੰਦਗੀ ਹੋ ਸਕਦੀ ਹੈ। ਘਰ-ਬਾਰ ਨੂੰ ਛੱਡ ਕੇ ਬੰਦਗੀ ਹੋ ਸਕਦੀ ਨਹੀਂ। ਸਤਿਗੁਰ ਕਹਿੰਦੇ ਆ ਸੰਸਾਰ ਵਿੱਚ ਵਿਚਰਦਿਆਂ ਨਿਰੰਕਾਰ ਨੂੰ ਪਾ, ਜੱਗ ਵਿੱਚ ਰਹਿੰਦਿਆਂ ਰੱਬ ਨੂੰ ਪਾ। ਭਜਨ ਬੰਦਗੀ ਪਰਿਵਾਰ ਦੇ ਵਿੱਚ ਰਹਿੰਦਿਆਂ ਉਸ ਨਿਰੰਕਾਰ ਨੂੰ ਪਾਏ ਨਹੀਂ ਘਰ-ਬਾਰ ਛੱਡ ਕੇ ਕਿ ਪੁੱਤਰ ਕਲਤਰ ਗ੍ਰਸਤ ਕਾ ਫਾਸਾ ਹੋਣ ਨਾ ਪਾਈਏ ਰਾਮ ਕੇ ਦਾਸਾ। ਸਤਿਗੁਰ ਸੱਚੇ ਪਾਤਸ਼ਾਹ ਬਚਨ ਕਰਦੇ, ਬੜੇ ਮਤਾਂ ਮਤਾਂਤਰਾਂ ਨੇ ਇਹ ਜਿਹੜਾ ਸੀਗਾ ਉਪਦੇਸ਼ ਦਿੱਤਾ। ਉਹਨਾਂ ਦਾ ਮੰਨਣਾ ਸੀ ਕਿ ਜੇ ਰੱਬ ਪਾਉਣਾ ਜੱਗ ਛੱਡੋ, ਨਿਰੰਕਾਰ ਪਾਉਣਾ ਸੰਸਾਰ ਛੱਡੋ, ਪਰਿਵਾਰ ਛੱਡੋ, ਘਰ-ਬਾਰ ਛੱਡੋ। ਪਰ ਸਤਿਗੁਰ ਕਹਿੰਦੇ ਨਹੀਂ, ਸਤਿਗੁਰ ਕੀ ਐਸੀ ਵਡਿਆਈ ਪੁੱਤਰ ਕਲਤਰ ਵਿੱਚੇ ਗਤ ਪਾਈ। ਹਸੰਦਿਆਂ ਖੇਲੰਦਿਆਂ ਪਹਿਨੰਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ। ਸੰਸਾਰ ਵਿੱਚ ਰਹਿੰਦਿਆਂ ਨਿਰੰਕਾਰ ਨੂੰ ਪਾ, ਜੱਗ ਵਿੱਚ ਰਹਿੰਦਿਆਂ, ਕਿਉਂਕਿ ਇਹ ਜੱਗ ਸੱਚੇ ਕੀ ਹੈ, ਕੋਠੜੀ ਸੱਚੇ ਕਾ ਵਿੱਚ ਵਾਸ। ਜੱਗ ਛੱਡ ਕੇ ਰੱਬ ਲੱਭਦਾ। ਫਰੀਦਾ ਜੰਗਲ ਜੰਗਲ ਕਿਆ ਭਵੇਂ ਵਣ ਕੰਡਾ ਮੋੜੇ, ਵਸੀ ਰੱਬ ਹਿਆਲੀਐ ਜੰਗਲ ਕਿਆ ਟੁੰਡੇ। ਬਾਹਰ ਕੀ ਲੱਭਦਾ, ਉਹ ਤਾਂ ਤੇਰੇ ਅੰਦਰ ਹੈ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ਼ਕਾ ਬਿਸਰਾਮ। ਇਹ ਦੇਹੀ ਦੇ ਅੰਦਰ ਹੀ ਹੈ। ਉਹ ਵਾਹਿਗੁਰੂ ਪਰਮਾਤਮਾ ਨੇ ਖੱਟ ਨੇਮ ਕੜ ਕੋਠੜੀ ਬਾਂਧੀ, ਬਸਤ ਅਨੂਪ ਬੀਚ ਪਾਈ। ਕੁੰਜੀ ਕੁਲਫ ਪ੍ਰਾਣ ਕਰ ਰਾਖੇ, ਕਰਤੇ ਬਾਰ ਨਾ ਲਾਈ। ਅਬ ਮਨ ਜਾਗਤ ਰਹੋ ਰੇ ਭਾਈ, ਗਾਫਲ ਹੋਏ ਕੈ ਜਨਮ ਗਵਾਇਓ, ਚੋਰ ਮੁਸੈ ਕਰ ਜਾਈ। ਪੰਜ ਪਹਰੂਆ ਦਰ ਮੈਂ ਰਹਤੇ ਤਿਨਕਾ ਨਹੀਂ ਪਤਿਆਰਾ, ਚੇਤ ਸੁਚੇਤ ਚਿੱਤ ਹੋਏ ਰਹੋ ਤਉ ਲੈ ਪ੍ਰਗਾਸ ਉਜਾਰਾ। ਨੌ ਘਰ ਦੇਖ ਜੋ ਕਾਮਣ ਭੁੱਲੀ, ਬਸਤ ਅਨੂਪ ਨਾ ਪਾਈ। ਜਿਹੜੇ 9 ਦਰਵਾਜ਼ਿਆਂ 'ਚ ਭੁੱਲ ਗਏ, ਉਹਨਾਂ ਨੇ ਉਸ ਅਨੂਪਮ ਵਸਤੂ ਨੂੰ ਪਾਉਣਾ ਨਹੀਂ ਕੀਤਾ। ਵਾਹਿਗੁਰੂ ਦੇ ਨਾਮ ਉਹਦੀ ਜੋਤ ਨੂੰ ਪ੍ਰਗਟ ਨਹੀਂ ਕਰਨਾ ਕੀਤਾ। ਉਹਨਾਂ ਦਾ ਜੀਵਨ ਸਫਲ ਨਹੀਂ ਹੋਇਆ। 9 ਘਰ ਦੇਖ ਜੋ ਕਾਮਣ ਭੁੱਲੀ, ਜਿਹੜੀ ਜੀਵ ਰੂਪ ਕਾਮਣ ਇਸਤਰੀ ਇਹਨਾਂ 9 ਦਰਵਾਜ਼ਿਆਂ 'ਚ ਭੁੱਲ ਗਈ, ਖਾਣ ਪੀਣ ਪਹਿਨਣ ਭੋਗਣ ਵਿੱਚ ਭੁੱਲ ਗਏ, ਉਹ ਫਿਰ ਉਸ ਅਨੂਪਮ ਵਸਤੂ ਦੀ ਪ੍ਰਾਪਤੀ ਨਹੀਂ ਕਰ ਸਕਦੀ। 9 ਘਰ ਦੇਖ ਜੋ ਕਾਮਣ ਭੁੱਲੀ, ਬਸਤ ਅਨੂਪ ਨਾ ਪਾਈ। ਕਹਿਤ ਕਬੀਰ ਨਵੇਂ ਘਰ ਮੂਸੇ 10ਵੇਂ ਤਤ ਸਮਾਈ। 9 ਦਰਵਾਜ਼ਿਆਂ 'ਚੋਂ ਨਿਕਲ 10ਵਾਂ ਦਵਾਰ ਵੇ। 10ਵਾਂ ਦਵਾਰਾ ਅਗਮ ਅਪਾਰਾ, ਪਰਮ ਪੁਰਖ ਕੀ ਘਾਟੀ। ऊपर हाट हाट परियाला, आले भीतर थाती। पश्चिम द्वारे की सिल्योड़, ते सिल ऊपर खिड़की और, खिड़की ऊपर 10वां द्वार। उसकी प्राप्ति करनी जिहड़ी अनूपम वस्तु जो परमात्मा ने पाई, ते वाहिगुरू अगे ही अरदास करनी। गुरु अगे आके जदों आउणा, जिथे असीं होर बहुत दुनियावी अरदासां गुरु अगे करदे हां, पर मुख्य अरदास यही करनी, सच्चे पातशाह किरपा करो सानू इस वस्तु की बख्शिश कर दो, रहमत कर दिओ, प्रतख दर्शन हो जाण। अपनी जिहड़ी जोत है इस शरीर दे अंदर खट नेम कड़ कोठड़ी बांधी, बस्त अनूप बीच पाई। जिहड़ी अनूपम वस्तु इस शरीर दे अंदर है, जिहदे नाल इह शरीर चलदा फिरदा, उसकी प्राप्ति हो जावे। ये अरदास गुरु दे अगे आके करनी है कि सच्चे पातशाह जिस जोत दे नाल अखां वेखदियां, ਕੰਨ ਸੁਣਦੇ ਆ, ਰਸਨਾ ਬੋਲਦੀ ਆ, ਹੱਥ ਪੈਰ ਚੱਲਦੇ ਆ, ਉਸ ਦੀ ਪ੍ਰਾਪਤੀ ਹੋ ਜਾਵੇ। ਕਿਉਂਕਿ ਇਹਦੇ ਅੰਦਰ ਇੱਕ ਜੋਤ ਹੈ ਨਾ। ਜਿਸ ਦਿਨ ਉਹ ਨਾ ਰਹੀ ਗੁਰਮੁਖ ਪਿਆਰਿਓ, ਇਹੀ ਸਰੀਰ ਹੋਣਾ, ਇਹਨੇ ਹਿਲਣਾ ਨਹੀਂ ਹੈ। ਇਹੀ ਹੱਥ ਪੈਰ ਨੇ, ਇਹਨਾਂ ਨੇ ਕੰਮ ਨਹੀਂ ਕਰਨਾ। ਜਦੋਂ ਵਾਹਿਗੁਰੂ ਦੀ ਜੋਤ ਆ, ਕਾਇਆ ਮੜੋਲੀ ਚੋਂ ਪ੍ਰਾਣ ਪੰਖੇਰੂ ਉਡਾਰੀ ਮਾਰ ਗਏ। ਜਦੋਂ ਵਾਹਿਗੁਰੂ ਦੀ ਜੋਤ ਨਿਕਲ ਗਈ, ਅੱਖਾਂ ਇਹੀ ਇਹਨਾਂ ਨੇ ਵੇਖਣਾ ਨਹੀਂ ਹੈ, ਕੰਨ ਇਹੀ ਹੋਣੇ, ਇਹਨਾਂ ਨੇ ਸੁਣਨਾ ਨਹੀਂ ਹੈ।
ਰਸਨਾ ਇਹੀ ਹੈ, ਇਹਨੇ ਬੋਲਣਾ ਨਹੀਂ ਹੈ। ਭਾਵੇਂ ਕਿੰਨੇ ਰਿਸ਼ਤੇਦਾਰ ਮਿੱਤਰ ਬੁਲਾਉਣ, ਭਾਵੇਂ ਕਿੰਨੇ ਡਾਕਟਰ ਵੈਦ ਜਰਾ ਬੁਲਾਉਣ, ਪਰ ਜਦੋਂ ਉਹਦੀ ਜੋਤ ਨਿਕਲ ਗਈ ਸਰੀਰ ਦੇ ਅੰਦਰੋਂ, ਉਦੋਂ ਇਸ ਰਸਨਾ ਨੇ ਬੋਲਣਾ ਨਹੀਂ ਹੈ। ਸਰੀਰ ਨੇ ਵਰਕ ਛੱਡ ਜਾਣਾ, ਕੰਮ ਛੱਡ ਜਾਣਾ। ਇਹ ਉਹਨਾਂ ਚਿਰ ਹੈ ਜਿੰਨਾ ਚਿਰ ਉਹ ਪਰਮਾਤਮਾ ਦੀ ਜੋਤ ਅੰਦਰ ਹੈ, ਤੇ ਉਸੇ ਜੋਤ ਦੀ ਪ੍ਰਾਪਤੀ ਕਰਨੀ ਸਿਮਰਨ ਕਰਕੇ। ਉਹੀ ਸਤਿਗੁਰ ਬਚਨ ਕਰ ਰਹੇ ਹੈ ਕਿ ਗੁਰ ਕੈ ਸ਼ਬਦ ਆਰਾਧੀਆ, ਨਾਮ ਰੰਗ ਬੈਰਾਗ, ਜੀਤੇ ਪੰਚ ਬੈਰਾਈਆ, ਨਾਨਕ ਸਫਲ ਮਾਰੂ ਇਹ ਰਾਗ। ਉਸ ਵਾਹਿਗੁਰੂ ਦਾ ਸਿਮਰਨ, ਉਹਦੀ ਬੰਦਗੀ, ਉਹਦੀ ਭਗਤੀ ਦੇ ਨਾਲ ਹੀ ਇਹ ਸਾਰੀ ਕਾਸੇ ਦੀ ਪ੍ਰਾਪਤੀ ਹੋਣੀ ਹੈ। ਜੋ ਖੋਜੈ ਸੋ ਪਾਵੈ, ਜਿਹੜਾ ਖੋਜੇਗਾ ਉਹੀ ਪਾਵੇਗਾ। ਜੋ ਬ੍ਰਹਮੰਡ ਖੰਡ ਸੋ ਜਾਣ, ਖੋਜੀ ਉਪਜੈ ਬਾਦੀ ਬਿਨਸੈ। ਅਨੇਕਾਂ ਪ੍ਰਮਾਣ ਸਤਿਗੁਰ ਦੀ ਪਾਵਨ ਬਾਣੀ ਦੇ ਅੰਦਰ ਨੇ। ਜਿਹੜੀ ਚੀਜ਼ ਨੂੰ ਅਸੀਂ ਪ੍ਰਾਪਤ ਕਰਨ ਤੁਰਦੇ ਹਾਂ, ਉਸ ਵਸਤੂ ਦੀ ਪ੍ਰਾਪਤੀ ਹੁੰਦੀ ਹੈ ਸਾਨੂੰ। ਜਿਹਨੂੰ ਅਸੀਂ ਪ੍ਰਾਪਤ ਕਰਨ ਵਾਸਤੇ ਯਤਨ ਕਰਦੇ, ਉਹਦੀ ਪ੍ਰਾਪਤੀ ਹੁੰਦੀ ਹੈ। ਤੇ ਜਦੋਂ ਇਸ ਖੋਜ ਵਿੱਚ ਲੱਗਾਂਗੇ ਕਿ ਪ੍ਰਮਾਤਮਾ ਦੀ ਜੋਤ ਹੈ ਜਿਹੜੀ ਸਾਡੇ ਅੰਦਰ, ਜਿਹੜੀ ਦਿਸਦੀ ਨਹੀਂ ਹੈ, ਜਿਹਨੂੰ ਮਹਿਸੂਸ ਕੀਤਾ ਜਾ ਸਕਦਾ, ਜਿਸ ਤਰ੍ਹਾਂ ਬਿਜਲੀ ਦੀਆਂ ਤਾਰਾਂ ਦੇ ਅੰਦਰ ਕਰੰਟ ਦਿਸਦਾ ਨਹੀਂ ਹੈ, ਮਹਿਸੂਸ ਕੀਤਾ ਜਾ ਸਕਦਾ। ਫੁੱਲ ਵਿੱਚ ਸੁਗੰਧੀ ਦਿਸਦੀ ਨਹੀਂ ਹੈ, ਮਹਿਸੂਸ ਕੀਤਾ ਜਾ ਸਕਦਾ। ਸਤਿਗੁਰਾਂ ਦੀ ਪਾਵਨ ਬਾਣੀ ਦੇ ਬਚਨ ਹਨ ਕਿ ਪੋਹਪ ਮਦ ਜਿਉ ਬਾਸ ਬਸਤ ਹੈ। ਸ਼ੀਸ਼ੇ ਵਿੱਚ ਪਰਛਾਵਾਂ ਦਿਸਦਾ ਹੈ ਨਹੀਂ ਹੈ। ਸ਼ੀਸ਼ੇ ਦੇ ਅੰਦਰ ਪੂਰਾ ਆਕਾਰ ਸਾਡਾ ਨਜ਼ਰ ਆਉਂਦਾ, ਪਰ ਆਕਾਰ ਅੰਦਰ ਤਾਂ ਨਹੀਂ ਹੈ ਨਾ, ਕੇਵਲ ਪਰਛਾਵਾਂ ਨਜ਼ਰ ਆਉਂਦਾ, ਮਹਿਸੂਸ ਕੀਤਾ ਜਾ ਸਕਦਾ। ਫੁੱਲ ਚੋਂ ਸੁਗੰਧੀ ਨੂੰ ਮਹਿਸੂਸ ਕੀਤਾ ਜਾ ਸਕਦਾ। ਬਿਜਲੀ ਦੀਆਂ ਤਾਰਾਂ ਵਿੱਚ ਕਰੰਟ ਗੁਜ਼ਰਦਾ ਮਹਿਸੂਸ ਕੀਤਾ ਜਾ ਸਕਦਾ। ਜਦੋਂ ਕਿਤੇ ਟੱਚ ਹੋ ਜਾਵੇ ਫਿਰ ਪਤਾ ਲੱਗਦਾ ਜਦੋਂ ਕਰੰਟ ਵੱਜਦਾ। ਇਸੇ ਤਰ੍ਹਾਂ ਇਹਦੇ ਅੰਦਰ, ਸਰੀਰ ਦੇ ਅੰਦਰ ਉਹ ਪਰਮਾਤਮਾ ਦੀ ਜੋਤ ਹੈ, ਉਹਨੂੰ ਮਹਿਸੂਸ ਕਰਨਾ, ਉਹਦੀ ਪ੍ਰਾਪਤੀ ਕਰਨੀ। ਜੋ ਬਸਤ ਅਨੂਪ ਬੀਚ ਪਾਈ, ਤੇ ਉਹ ਹੋਵੇਗੀ ਪਰਮਾਤਮਾ ਦੇ ਭਜਨ ਨਾਲ, ਸਿਮਰਨ ਨਾਲ, ਬੰਦਗੀ ਨਾਲ, ਉਹਦੇ ਨਾਮ ਦੇ ਨਾਲ, ਉਹਦੇ ਸ਼ਬਦ ਦੀ ਆਰਾਧਨਾ ਦੇ ਨਾਲ। ਤੇ ਉਸ ਦੇ ਨਾਲ ਹੀ ਇਹ ਸਾਰਾ ਸਰੀਰ ਚੱਲ ਫਿਰ ਰਿਹਾ, ਸਾਰਾ ਸੰਸਾਰ ਚੱਲ ਰਿਹਾ। ਪਰਮਾਤਮਾ ਦੀ ਜੋਤ ਦੇ ਨਾਲ ਅਸੀਂ ਦੇਖਦੇ ਹਾਂ। ਤੇ ਸਤਿਗੁਰ ਕਹਿੰਦੇ ਉਹਦੇ ਨਾਲ ਜੁੜਦਾ, ਉਸ ਵਾਹਿਗੁਰੂ ਨਾਲ, ਉਸ ਦੀ ਸਿਫਤ ਸਲਾਹ ਨਾਲ ਜੁੜਦਾ, ਉਹਦੀ ਪ੍ਰਾਪਤੀ ਕਰ, ਉਹਦਾ ਸੇਵਕ ਬਣ ਜਾ। ਇਹੀ ਸਤਿਗੁਰ ਸੱਚੇ ਪਾਤਸ਼ਾਹ ਦਾ ਸਾਨੂੰ ਬਚਨ। ਉਹਦੇ ਨਾਲ ਹੀ ਤੂੰ ਆਪਣੇ ਜੀਵਨ ਦੀ ਬਾਜੀ ਜਿੱਤ ਸਕਦਾ, ਉਹਦੇ ਨਾਲ ਹੀ ਵਿਕਾਰਾਂ ਨੂੰ ਜਿੱਤ ਸਕਦਾ। ਔਰ ਅੱਗੇ ਸਤਿਗੁਰ ਬਚਨ ਕਰਦੇ, ਜਾਮੂ ਇੱਕ ਤਾ ਲੱਖ ਤੋ ਜਿੱਤੀ ਪਿੰਨਣੇ ਦਰ ਕਿਤੜੇ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ, ਬਾਮਣ ਬਿਰਥਾ ਗਇਓ ਜਨਮ, ਜਿਨ ਕੀਤੋ ਸੋ ਵਿਸਰੇ। ਉਸ ਵਾਹਿਗੁਰੂ ਦਾ, ਜਦੋਂ ਉਹ ਵਾਹਿਗੁਰੂ ਦਾ ਪਿਆਰ ਪਾ ਲਿਆ, ਵਾਹਿਗੁਰੂ ਵੱਲ ਹੋ ਗਿਆ, ਜਿਸ ਦਾ ਹੋਵੇ ਵੱਲ ਕਦੇ ਨਾ ਹਾਰਦਾ। ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਛੰਦਾ। ਜਦੋਂ ਪਰਮਾਤਮਾ ਮੇਰੇ ਵੱਲ ਹੈ, ਪਰਮਾਤਮਾ ਤੇ ਕਿੰਨੇ ਮੰਗਤੇ ਦਰ ਤੇ ਖੜੇ ਆ ਲੈਣ ਵਾਲੇ। ਜਦੋਂ ਪਰਮਾਤਮਾ ਦੇ ਮੰਗਤੇ ਬਣ ਗਏ ਅਸੀਂ, ਜਦੋਂ ਦੁਨਿਆਵੀ ਮੰਗਤੇ, ਇੱਕ ਬਾਦਸ਼ਾਹ ਦੇ ਕੋਲ ਕੋਈ ਮੰਗਤਾ ਗਿਆ, ਬਾਦਸ਼ਾਹ ਦੁਆ ਵਿੱਚ ਜੁੜਿਆ ਸੀ, ਤੇ ਮੰਗਤੇ ਨੇ ਵੇਖਿਆ ਬਾਦਸ਼ਾਹ ਕੋਲੇ ਮੰਗਣ ਵਾਸਤੇ ਗਿਆ ਸੀ, ਤੇ ਬਾਦਸ਼ਾਹ ਪਰਮਾਤਮਾ ਤੋਂ, ਖੁਦਾ ਤੋਂ ਦੁਆ ਕਰਕੇ ਮੰਗ ਰਿਹਾ ਸੀ, ਖਜ਼ਾਨੇ ਭਰੇ ਰਹਿਣ, ਰਾਜ ਵਿੱਚ ਸੁਖ ਸ਼ਾਂਤੀ ਰਹੇ, ਕਿਸੇ ਵਸਤੂ ਦੀ ਮੈਨੂੰ ਤੋੜ ਨਾ ਆਵੇ, ਖੁਦਾ ਮੇਰੇ ਤੇ ਕਿਰਪਾ ਕਰ। ਤੇ ਜਦੋਂ ਉਹ ਫਕੀਰ ਨੇ ਜਿਹੜਾ ਮੰਗਤਾ ਬਣ ਕੇ ਗਿਆ ਸੀ ਸੁਣਿਆ, ਉਹ ਵਾਪਸ ਮੁੜ ਪਿਆ। ਦੁਆ ਖਤਮ ਹੋਈ, ਰਾਜੇ ਦੀ ਨਿਗਾਹ ਪਈ, ਆਖਿਆ, ਫਕੀਰਾ ਬਿਨਾਂ ਕੁਝ ਕਹੇ ਮੁੜ ਚੱਲਿਆ। ਕਹਿਣ ਲੱਗਾ, ਗੱਲ ਸਮਝ ਪੈ ਗਈ ਹੈ। ਕੀ ਸਮਝ ਪਿਆ? ਕਹਿੰਦਾ, ਆਇਆ ਸਾਂ ਕੁਝ ਮੰਗਣ ਵਾਸਤੇ ਤੇਰੇ ਤੋਂ, ਤੈਨੂੰ ਬਾਦਸ਼ਾਹ ਸਮਰਾਟ ਰਾਜਾ ਸਮਝ ਕੇ, ਪਰ ਮੈਂ ਵੇਖਿਆ ਕਿ ਤੂੰ ਵੀ ਤੇ ਮੰਗਤਾ ਹੈ, ਤੂੰ ਵੀ ਮੰਗ ਰਿਹਾ। ਕਹਿਣ ਲੱਗੇ, ਨਹੀਂ ਜੋ ਮੰਗ ਤੈਨੂੰ ਮਿਲੇਗਾ। ਕਹਿਣ ਲੱਗਿਆ, ਨਹੀਂ ਹੁਣ ਤੇਰੇ ਤੋਂ ਨਹੀਂ ਮੰਗਣਾ, ਹੁਣ ਮੈਂ ਉਸੇ ਤੋਂ ਮੰਗ ਲਵਾਂਗਾ ਜਿਹਦੇ ਤੋਂ ਤੂੰ ਲੈ ਕੇ ਮੈਨੂੰ ਦੇਣਾ। ਮੈਂ ਸਿੱਧਾ ਉਤੋਂ ਕਿਉਂ ਨਹੀਂ ਮੰਗ ਸਕਦਾ? ਮੈਂ ਤੇਰਾ ਮੰਗਤਾ ਨਹੀਂ ਬਣਾਗਾ, ਮੈਂ ਉਸ ਪਰਮਾਤਮਾ ਦਾ ਮੰਗਤਾ। ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ। ਮੈਂ ਉਸ ਦਾ ਜੋ ਮੰਗਿਆ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਮੈਂ ਉਹਦਾ ਮੰਗਤਾ ਬਣਦਾ, ਮੈਂ ਤੇਰਾ ਮੰਗਤਾ ਕਿਉਂ ਬਣਾ? ਮੈਂ ਉਸੇ ਤੋਂ ਮੰਗਦਾ ਜਿਹਦਾ ਤੂੰ ਮੰਗਦਾ ਹੈ, ਜਿਹਦੇ ਤੋਂ ਲੈ ਕੇ ਤੂੰ ਮੈਨੂੰ ਦੇਣਾ, ਮੈਂ ਸਿੱਧਾ ਉਸ ਦਾ ਮੰਗਤਾ ਬਣ ਜਾਣਾ। ਤੇ ਜਦੋਂ ਕੋਈ ਉਸ ਦਾ ਗੁਰਮੁਖ ਪਿਆਰਿਓ ਮੰਗਤਾ ਬਣ ਜਾਂਦਾ,
ਤੇ ਉਹਦੇ ਵੱਲ ਪਰਮਾਤਮਾ ਹੋ ਜਾਂਦਾ। ਕਿਸੇ ਗੱਲ ਦੀ ਤੋੜ ਨਹੀਂ ਰਹਿੰਦੀ। ਉਹਦੇ ਲੱਖ ਤੇ ਉਹਦੇ ਦਰਵਾਜ਼ੇ ਤੇ ਲੱਖਾਂ ਮੰਗਤੇ ਖੜੇ ਆ। ਜਿਹੜਾ ਦੁਨਿਆਵੀ ਗੁਰਮੁਖ ਪਿਆਰਿਓ ਬਿਰਤੀ ਦਾ ਬੰਦਾ ਉਹ ਹੋਰ ਥਾਵਾਂ ਤੇ ਮੰਗਦਾ ਫਿਰਦਾ, ਪਰ ਜਿੱਥੋਂ ਮੰਗਣਾ ਉੱਥੇ ਮੰਗਦਾ ਨਹੀਂ। ਇਸੇ ਤਰ੍ਹਾਂ ਹੀ ਜਨਮ ਬਿਅਰਥ ਗਵਾ ਦਿੰਦਾ। ਬਾਹਮਣ ਬਿਰਥਾ ਗਇਓ ਜਨਮ, ਜਿਨ ਕੀਤੋ ਸੋ ਵਿਸਰੇ। ਸਤਿਗੁਰ ਬਚਨ ਕਰ ਰਹੇ, ਜਨਮ ਬਿਅਰਥ ਗਵਾ ਦਿੱਤਾ। ਜਿਹਨੇ ਬਣਾਇਆ ਸੀ ਉਹਨੂੰ ਵਿਸਾਰ ਦਿੱਤਾ। ਜਿਨ ਕੀਤੋ ਸੋ ਵਿਸਰੇ, ਜਿਹਨੇ ਬਣਾਇਆ ਸੀ। ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮੈਂ ਜਿਹਨੇ ਉਬਾਰਿਆ। ਬਾਰ ਵਿਵਸਥਾ ਤੁਝੇ ਪਿਆਰੇ ਦੂਧ, ਭਰ ਜੋਬਨ ਭੋਜਨ ਸੁਖ ਸੂਦ। ਦੇਖ ਤੇਰੇ ਮੂੰਹ ਵਿੱਚ ਦੰਦ ਨਹੀਂ ਸੀ, ਤੇਰੇ ਵਾਸਤੇ ਮਾਂ ਦਾ ਦੁੱਧ ਪੈਦਾ ਕਰ ਦਿੱਤਾ ਪਰਮਾਤਮਾ ਨੇ। ਜਵਾਨ ਹੋਇਆ ਰਿਜ਼ਕ ਪੈਦਾ ਕਰ ਦਿੱਤਾ। ਬਜ਼ੁਰਗ ਹੋ ਗਿਆ ਖੁਦ ਕਿਰਿਆ ਨਹੀਂ ਸੰਭਾਲ ਸਕਦਾ, ਤੇਰੇ ਧੀਆਂ ਪੁੱਤਰ ਸਾਕ ਸੰਬੰਧੀ ਤੇਰੇ ਤੇ ਖੜੇ ਕਰ ਦਿੱਤੇ। ਜੋ ਮੁਖ ਪਿਆਓ ਬੈਠ ਕੋ ਦੇਣ, ਤੈਨੂੰ ਬੈਠੇ ਨੂੰ ਤੇਰੇ ਮੁਖ ਵਿੱਚ ਪਾਉਂਦੇ ਆ। ਤੇਰੇ ਬੈਠੇ ਨੂੰ ਉਹ ਪਰਮਾਤਮਾ ਪ੍ਰਬੰਧ ਕਰ ਦਿੰਦਾ। ਉਸ ਪਰਮਾਤਮਾ ਦੀ ਸਿਫਤ ਸਲਾਹ 'ਚ ਜੁੜ ਜਾ, ਨਹੀਂ ਤੇ ਜੀਵਨ ਵਿਅਰਥ ਹੈ। ਮਨੁੱਖਾ ਜਨਮ ਦੁਰਲੱਭ ਹੈ, ਅਮੋਲਕ ਹੈ, ਵਿਅਰਥ ਚਲਾ ਜਾਵੇਗਾ ਜੇਕਰ ਉਸ ਨੂੰ ਵਿਸਾਰ ਦਿੱਤਾ। ਬਾਹਮਣ ਬਿਰਥਾ ਗਇਓ ਜਨਮ, ਜਿਨ ਕੀਤੋ ਸੋ ਵਿਸਰੇ। ਜਿਹਨੇ ਬਣਾਇਆ ਸੀ ਉਹਨੂੰ ਵਿਸਾਰ ਦਿੱਤਾ ਤੇ ਜਨਮ ਵਿਅਰਥ ਹੈ। ਇਸ ਕਰਕੇ ਆਓ ਉਸ ਪਰਮਾਤਮਾ ਨੂੰ ਯਾਦ ਕਰੀਏ, ਉਸ ਅੱਲਾ ਖੁਦਾ ਵਾਹਿਗੁਰੂ ਨੂੰ, ਉਹਦੀ ਸਿਫਤ ਸਲਾਹ ਦੇ ਨਾਲ ਜੁੜੀਏ, ਉਹਦੇ ਨਾਮ ਦੀ ਆਰਾਧਨਾ ਕਰੀਏ। ਗੁਰ ਕੈ ਸ਼ਬਦ ਆਰਾਧੀਆ, ਨਾਮ ਰੰਗ ਬੈਰਾਗ। ਜੀਤੇ ਪੰਚ ਬੈਰਾਈਆਂ, ਨਾਨਕ ਸਫਲ ਮਾਰੂ ਇਹ ਰਾਗ। ਸਤਿਗੁਰ ਸੱਚੇ ਪਾਤਸ਼ਾਹ ਦੀ ਬਖਸ਼ਿਸ਼। ਜਾਮੂ ਇੱਕ ਤਾਂ ਲੱਖ, ਤੋ ਜਿੱਤੀ ਪਿੰਨਣੇ ਦਰ ਕਿਤੜੇ। ਬਾਹਮਣ ਬਿਰਥਾ ਗਇਓ ਜਨਮ, ਜਿਨ ਕੀਤੋ ਸੋ ਵਿਸਰੇ। ਉਸ ਵਾਹਿਗੁਰੂ ਦੀ ਸਿਫਤ ਸਲਾਹ ਨਾਲ ਜੁੜ ਕੇ ਸਾਡਾ ਲੋਕ ਸੁਖੀ ਆ, ਪਰਲੋਕ ਸੁਹੇਲਾ ਹੋ ਸਕਦਾ। ਜਿਹਨੇ ਇੰਨੀਆਂ ਦਾਤਾਂ ਦਿੱਤੀਆਂ ਉਸ ਦੇ ਸ਼ੁਕਰਗੁਜ਼ਾਰ ਹੋਈਏ। ਜਿਹਦੀ ਜੋਤ ਦੇ ਨਾਲ ਚੱਲਦੇ ਫਿਰਦੇ, ਅੱਖਾਂ ਦੇਖਦੀਆਂ, ਕੰਨ ਸੁਣਦੇ, ਰਸਨਾ ਬੋਲਦੀ ਹੈ, ਹੱਥ ਪੈਰ ਵਰਕ ਕਰਦੇ, ਉਹਦੇ ਨਾਲ ਜੁੜ ਜਾਈਏ। ਸੰਸਾਰ ਵਿੱਚ ਵਿਚਰਦਿਆਂ ਹਾਥ ਪਾਉ ਕਰ ਕਾਮ ਸਭ, ਚੀਤ ਨਰੰਜਨ ਨਾਲ ਉਸ ਵਾਹਿਗੁਰੂ ਦਾ ਹਮੇਸ਼ਾ ਸਿਮਰਨ ਕਰਨਾ, ਭਜਨ ਕਰਨਾ, ਬੁਰਾਈਆਂ ਤੋਂ ਬਚਣਾ, ਮਾੜੇ ਕਰਮਾਂ ਤੋਂ ਬਚਣਾ, ਚੰਗੇ ਪਾਸੇ ਪ੍ਰੇਰਿਤ ਹੋਣਾ। ਗੁਰੂ ਦਾ ਉਪਦੇਸ਼ ਕਿ ਵਾਹਿਗੁਰੂ ਦਾ ਸਿਮਰਨ, ਧਰਮ ਦੀ ਕਿਰਤ ਕਰਨੀ, ਨਾਮ ਜਪਣਾ, ਵੰਡ ਛਕਣਾ। ਫਿਰ ਸਤਿਗੁਰ ਦੀ ਰਹਿਮਤ ਤੇ ਲੋਕ ਸੁਖੀਏ, ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ, ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ। ਇੰਨੀ ਸੇਵਾ ਪ੍ਰਵਾਨ ਕਰਿਓ। ਥੋੜੀਆਂ ਬੇਨਤੀਆਂ ਬਹੁਤੀਆਂ ਕਰਕੇ ਜਾਣਿਓ। ਵਿਚਾਰਾਂ ਦੌਰਾਨ ਹੋਈਆਂ ਬੇਅੰਤ ਭੁੱਲਾਂ ਦਾਸ ਦੀਆਂ ਸਮਝ ਕੇ ਦਾਸ ਦੀ ਝੋਲੀ ਪਾਇਓ। ਔਰ ਜੋ ਗੁਰਮਤ ਦੇ ਬਚਨ, ਗੁਰਬਾਣੀ ਦੇ ਬਚਨ ਸਤਿਗੁਰ ਨੇ ਆਪ ਕਰਵਾ ਲਏ, ਉਹਦੇ ਤੇ ਆਪਾਂ ਸਾਰਿਆਂ ਨੇ ਪਹਿਰਾ ਦੇਣਾ, ਨੂੰ ਹਿਰਦੇ 'ਚ ਵਸਾਉਣਾ, ਤਾਂ ਕਿ ਸਾਡਾ ਜੀਵਨ ਸਫਲਾ ਹੋ ਜਾਵੇ। ਬਹੁਤ ਬਹੁਤ ਸ਼ੁਕਰਗੁਜ਼ਾਰ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ, ਜਿਨ੍ਹਾਂ ਦੀ ਰਹਿਮਤ ਸਦਕਾ ਬਾਲਾ ਪ੍ਰੀਤਮ ਦੇ ਇਸ ਸਥਾਨ ਤੋਂ ਆਪ ਜੀ ਦੇ ਦਰਸ਼ਨ ਦਿਦਾਰੇ ਕੀਤੇ ਆ। ਬਹੁਤ ਧੰਨਵਾਦ ਗੁਰੂ ਕੀਆਂ ਸੰਗਤਾਂ ਦਾ, ਜਿਨ੍ਹਾਂ ਨੇ ਬੜਾ ਪਿਆਰ ਸਤਿਕਾਰ ਬਖਸ਼ਿਆ, ਹਾਜ਼ਰੀ ਭਰੀ ਹੈ। ਔਰ ਬਹੁਤ ਬਹੁਤ ਧੰਨਵਾਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਸਮੁੱਚੇ ਪ੍ਰਬੰਧ ਦਾ, ਸਤਿਕਾਰਯੋਗ ਸਿੰਘ ਸਾਹਿਬ ਜਿਨ੍ਹਾਂ ਨੇ ਪਾਠ ਸਰਵਣ ਕਰਾਇਆ। ਬੜਾ ਪਿਆਰ ਤੇ ਸਤਿਕਾਰ ਹੈ। ਸਤਿਗੁਰ ਸੱਚੇ ਪਾਤਸ਼ਾਹ ਰਹਿਮਤਾਂ ਕਰਨ, ਸਭ ਨੂੰ ਆਪਣੇ ਦਰ ਘਰ ਦੀ ਸੇਵਾ ਬਖਸ਼ਣ, ਨਾਮ ਦੀਆਂ ਦਾਤਾਂ ਬਖਸ਼ਣ। ਇਹ ਗੁਰੂ ਦੇ ਚਰਨਾਂ 'ਚ ਅਰਦਾਸ ਹੈ। ਆਓ ਕਰੋ ਫਤਿਹ ਦੀ ਸਾਂਝ, ਕੋਈ ਰਸਨਾ ਵਾਂਝੀ ਨਾ ਰਹੇ। ਸਾਰੇ ਝੁਕਾਓ ਸਤਿਗੁਰਾਂ ਨੂੰ ਸੀਸ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ